ਜਿਹੜੀ ਪਾਰਟੀ ਨੂੰ ਆਪਾਂ ਚੰਗਾ ਕਦੀ ਨਹੀਂ ਕਿਹਾ ਉਹਦੇ 'ਚ ਹੁਣ ਐਡਜਸਟਮੈਂਟ ਕਿੰਨੀ ਕੁ ਔਖੀ ਲੱਗਦੀ? ਕੋਈ ਡਿਫਿਕਲਟ ਨਹੀਂ। ਤੁਸੀਂ ਕੈਪਟਨ ਸਾਹਿਬ ਬੀਜੇਪੀ ਹੀ ਕਿਉਂ ਚੁਣੀ? ਹੁਣ ਟਾਈਮ ਆ ਗਿਆ ਟੂ ਹੈਵ ਟੂ ਬੀ ਵਿਦ ਦ ਨੈਸ਼ਨਲ ਪਾਰਟੀ। ਹੁਣ ਅਕਾਲੀ ਦਲ 10 ਸਾਲ ਮੈਂ ਰਹੇ ਹਾਂ, ਉਹਨਾਂ ਦੀ ਸੋਚ ਤਾਂ ਕਗਰ ਨਹੀਂ ਟੱਪਦੀ ਸੀ। ਬੀਜੇਪੀ ਦਾ ਪੰਜਾਬ 'ਚ ਤੁਹਾਨੂੰ ਕੀ ਫਿਊਚਰ ਲੱਗਦਾ ਹੈ? ਵੈਰੀ ਬ੍ਰਾਈਟ ਫਿਊਚਰ। ਬੈਕ ਐਂਡ ਤੋਂ ਬੀਜੇਪੀ ਨੂੰ ਸਪੋਰਟ ਕਰਨਾ ਹੈ ਜਾਂ ਤੁਸੀਂ ਲੋਕ ਸਭਾ ਵੀ ਲੜ ਸਕਦੇ ਹੋ? ਨੋ ਮੈਂ ਨਹੀਂ ਪਾਰਲੀਮੈਂਟ 'ਚ। ਅਗਰ ਤੁਹਾਨੂੰ ਕਿਸੇ ਵੀ ਇੰਸਰਜੈਂਸੀ ਵਾਲੇ ਏਰੀਏ 'ਚ ਗਵਰਨਰਸ਼ਿਪ ਮਿਲਦੀ ਹੈ ਤੇ ਕੈਪਟਨ ਸਾਹਿਬ ਅਗਰੀ ਹੈ? ਮੈਂ ਤਾਂ ਫੌਜੀ ਹਾਂ, ਜਿੱਥੇ ਮਰਜ਼ੀ ਇੰਸਰਜੈਂਸੀ ਮੈਟਰਸ ਹੈ ਨੋ ਪ੍ਰੋਬਲਮ। ਕੋਈ ਵੀ ਸਕਦਾ ਹੈ ਕਿ ਪਰਨੀਤ ਜੀ ਲੋਕ ਸਭਾ ਲੜ ਲੈਣ, ਦੋਵਾਂ ਬੱਚਿਆਂ 'ਚੋਂ ਇੱਕ ਬੱਚਾ ਵਿਧਾਨ ਸਭਾ ਲੜ ਲਵੇ, ਹੋ ਸਕਦਾ ਹੈ। ਬੀਜੇਪੀ ਇੱਕ ਪਰਿਵਾਰ ਇੱਕ ਟਿਕਟ ਦੀ ਗੱਲ ਕਰਦੀ ਹੈ। ਅੱਗੇ ਕ੍ਰਾਈਸਿਸ ਤੁਹਾਨੂੰ ਵੀ ਫੇਸ ਕਰਨਾ ਪੈ ਸਕਦਾ ਹੈ। ਪਰਨੀਤ ਕੌਰ ਜੀ ਵੀ ਲੜਨਾ ਚਾਹਣ ਜਾਂ ਬੱਚੇ ਵੀ ਲੜਨਾ ਚਾਹਣ। ਕੋਈ ਪਾਲਿਸੀ ਕਦੇ ਵੀ ਪੋਲਿਟਿਕਸ ਦੇ ਵਿੱਚ ਸਾਰਾ ਵਾਸਤੇ ਨਹੀਂ ਚੱਲਦੀ। ਅਗਰ 2024 ਚ ਕਾਂਗਰਸ ਔਰ ਬੀਜੇਪੀ ਚੋਂ ਇੱਕ ਚੂਜ਼ ਕਰਨਾ ਪਵੇ ਤਾਂ ਤੁਹਾਡੀ ਕੀ ਰਾਏ ਹੋਊਗੀ? ਪਰਨੀਤ ਜੀ ਕਿਹਨੂੰ ਚੂਜ਼ ਕਰਨਾ? ਮੈਂ ਕਹੂੰਗਾ ਬੀਜੇਪੀ ਨੂੰ ਚੂਜ਼ ਕਰੋ। ਕਾਂਗਰਸ 'ਚ ਜਦੋਂ ਤੁਸੀਂ ਚੀਫ ਮਿਨਿਸਟਰ ਸੀ ਤੇ ਉਦੋਂ ਤੁਸੀਂ ਕਿਹਾ ਸੀ ਕਿ ਆਪਾਂ 22 ਤੋਂ ਬਾਅਦ ਨਹੀਂ ਲੜਨਾ। ਲੀਡਰਸ਼ਿਪ ਜਿਹੜੀ ਇਵੋਲਵ ਹੋ ਰਹੀ ਸੀ ਕਾਂਗਰਸ 'ਚ, ਪੰਜਾਬ ਨੂੰ ਇਹ ਨਹੀਂ ਚਲਾ ਸੀ। ਰਾਜਾ ਵੜਿੰਗੀ ਰਹਿ ਗਿਆ ਲੈਣ ਨੂੰ ਬਣਾਉਣ ਨੂੰ। ਤੂੰ ਇਹਨਾਂ ਬੋਲੀ ਜਾਂਦਾ ਹੈ ਅਮਰਿੰਦਰ ਸਿੰਘ ਦੇ ਖਿਲਾਫ, ਜਰਾ ਦੱਸਦਾ ਸਹੀ ਤੈਨੂੰ ਕੈਸੇ ਬਚਾਇਆ ਸੀ ਉਹਨੂੰ ਕੈਪਟਨ ਸਾਹਿਬ ਨੇ। ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੱਧੂ ਨਾਲ ਮਨ ਮੁਟਾਵ ਹੋਇਆ, ਉਹ ਨਾ ਹੁੰਦਾ ਤਾਂ ਅੱਜ ਸ਼ਾਇਦ ਤੁਸੀਂ ਕਾਂਗਰਸ 'ਚ ਹੁੰਦੇ? ਪ੍ਰਿਯੰਕਾ ਜੀ ਚਾਹੁੰਦੇ ਸੀ ਨਵਜੋਤ ਸਿੱਧੂ ਨੂੰ ਬਣਾਇਆ ਜਾਏ, ਕਾਂਗਰਸ ਡੁੱਬੀ ਹੈ ਚੌਧਰੀ ਕਰਕੇ। ਹੁਣ ਬੀਜੇਪੀ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਕਾਂਗਰਸ ਨਾਲ? ਆਮ ਆਦਮੀ ਪਾਰਟੀ ਝੱਖੜੀ ਹੈ ਇੱਕ ਕਿਸਮ ਦਾ। ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਅਲਾਈਅੰਸ ਕਰਨ ਲਈ ਪੈਰਵੀ ਕਰਨਗੇ? ਅਕਾਲੀ ਦਲ ਨੂੰ ਲਿਆਉਣ ਦਾ ਫਾਇਦਾ ਕੀ ਹੈ ਸਾਨੂੰ? ਅਗਰ ਚੰਨੀ ਸਾਹਿਬ ਕਹਿਣਗੇ ਕੱਲ ਨੂੰ ਬੀਜੇਪੀ ਜੁਆਇਨ ਕਰਨੀ ਹੈ ਤੇ ਤੁਹਾਡੀ ਕੀ ਹਾਈ ਕਮਾਂਡ ਨੂੰ ਰਾਏ ਹੋਏਗੀ? ਮੈਂ ਤਾਂ ਕਹੂੰਗਾ ਜੀ ਵਾਹਿਗੁਰੂ ਕਰੇ ਪਾਰ ਹੀ ਰੱਖੋ ਇਹਨਾਂ ਨੂੰ। हमें तो अपनों ने लूटा गैरों में कहां दम था, मेरी कश्ती भी डूबी वहां जहां पानी कम था। ਟੀਮਾਂ 'ਚ ਖਿਡਾਰੀ ਬਦਲਦੇ ਨੇ ਲੇਕਿਨ ਪੰਜਾਬ ਦੀ ਸਿਆਸੀ ਲੀਗ ਦੇ ਕੈਪਟਨ ਬਦਲ ਗਏ। ਕਾਂਗਰਸ 'ਚ ਲਗਾਤਾਰ 22 ਸਾਲ ਤੱਕ ਕਪਤਾਨੀ ਕਰਨ ਵਾਲੇ ਅਮਰਿੰਦਰ ਸਿੰਘ ਹੁਣ ਬੀਜੇਪੀ ਲਈ ਬੈਟਿੰਗ ਕਰ ਰਹੇ ਨੇ। ਮੁੱਖ ਗੱਲ 'ਚ ਅੱਜ ਕੈਪਟਨ ਅਮਰਿੰਦਰ ਸਿੰਘ, ਜਿਹੜੀ ਪਾਰਟੀ ਨੂੰ ਆਪਾਂ ਚੰਗਾ ਕਦੀ ਨਹੀਂ ਕਿਹਾ ਉਹਦੇ 'ਚ ਹੁਣ ਐਡਜਸਟਮੈਂਟ ਕਿੰਨੀ ਕੁ ਔਖੀ ਲੱਗਦੀ ਹੈ? ਕੋਈ ਡਿਫਿਕਲਟ ਨਹੀਂ ਹੈ। ਦੇਖੋ ਮੇਰੇ ਮਦਰ ਵੀ ਬੀਜੇਪੀ ਦੇ ਵਿੱਚ ਸੇ, ਉਹਨਾਂ ਨੂੰ ਅਟਲ ਬਿਹਾਰੀ ਵਾਜਪਾਈ ਜੀ ਲੈ ਕੇ ਆਏ ਸੀ ਐਟ ਦ ਟਾਈਮ ਆਫ ਜਨਤਾ ਪਾਰਟੀ, ਜਦੋਂ ਮੁਰਾਰਜੀ ਦੇਸਾਈ ਵਗੈਰਾ ਸਾਰੇ ਸੀ। ਮੈਂ ਵੀ ਇਹਨਾਂ ਨੂੰ ਹੁਣ ਫॉर 9.5 years ਐਜ਼ ਚੀਫ ਮਿਨਿਸਟਰ ਮੇਰਾ ਕੰਮ ਹੀ ਰਹਿੰਦਾ ਸੀ ਟੂ ਕੰਟੈਕਟ ਹੋਮ ਮਿਨਿਸਟਰ, ਕੰਟੈਕਟ ਪ੍ਰਾਈਮ ਮਿਨਿਸਟਰ, ਕੰਟੈਕਟ ਜਿਹੜੇ ਮਿਨਿਸਟਰ ਸੇ, ਸਾਡੇ ਸਾਰੇ ਮਿਨਿਸਟਰ ਜਾਂਦੇ ਸੀ ਦਿੱਲੀ। ਮੈਨੂੰ ਵੀ ਜਾਣਾ ਪੈਂਦਾ ਸੀ ਬਿਕੋਜ਼ ਪਾਕਿਸਤਾਨ ਨਹੀਂ ਆਪਣਾ ਕੰਮ ਬੰਦ ਕਰਦੀ ਸੀ। ਸੋ ਹੋਮ ਮਿਨਿਸਟਰ ਦੇ ਨਾਲ ਕੋਈ ਨੈਸ਼ਨਲ ਪ੍ਰੋਜੈਕਟਸ ਨੇ ਉਹਨਾਂ ਨੂੰ ਲਿਆਉਣਾ ਤਾਂ ਪ੍ਰਾਈਮ ਮਿਨਿਸਟਰ ਨਾਲ। ਸੋ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਸੀ। ਆਈ ਹੈਡ ਅ ਵੈਰੀ ਓਪਨ ਅੰਡਰਸਟੈਂਡਿੰਗ। ਔਰ ਇੱਕ ਕਾਂਗਰਸ ਨੂੰ ਪਸੰਦ ਨਹੀਂ ਹੁੰਦੀ ਸੀ। Amrinder Singh knows the Prime Minister too well, he knows the Home Minister well. When it was my duty to know, it was ਮੇਰੀ ਡਿਊਟੀ ਸੀ ਕਿ ਮੈਂ ਜਾ ਕੇ ਉਹਨਾਂ ਦੇ ਨਾਲ ਗੱਲ ਕਰਾਂ। ਕਦੀ ਕਾਂਗਰਸ ਨੇ ਪਰਸਨਲੀ ਤੁਹਾਨੂੰ ਇਤਰਾਜ਼ ਕੀਤਾ ਫੇਸ ਟੂ ਫੇਸ ਜਾਂ ਨਹੀਂ? ਦਿੱਲੀ ਵਾਲੇ ਕਿਸੇ ਨੇ ਨਹੀਂ ਬੋਲੇ, ਇੱਥੇ ਵਾਲੇ ਇਹ ਬੋਲਦੇ ਰਹਿੰਦੇ ਸੀ। ਮੈਂ ਕਿਹਾ ਤੁਸੀਂ ਜਾਣਦੇ, ਆਈ ਸੈਡ ਯੂ ਗੋ ਫੂਡ ਮਿਨਿਸਟਰ ਗੋਜ਼ ਟੂ ਫੂਡ ਮਿਨਿਸਟਰ, ਐਗਰੀਕਲਚਰ ਮਿਨਿਸਟਰ, ਮੈਂ ਐਗਰੀਕਲਚਰ ਤਾਂ ਮੈਂ ਸੀ, ਪਰ ਹੋਰ ਜਿਹੜੇ ਮਹਿਕਮੇ ਸੀ ਹੈਲਥ ਤੇ ਸੀ, ਕੋਵਿਡ ਦਾ ਮਸਲਾ, ਹੈਲਥ ਮਿਨਿਸਟਰ ਹਰ ਦੂਸਰੇ ਦਿਨ ਜਾਂਦਾ ਸੀ ਦਿੱਲੀ, ਸਾਡੇ ਉਹ ਇੰਜੈਕਸ਼ਨਸ ਨਹੀਂ ਮਿਲਦੇ ਸੀ ਜਾਂ ਕੁਛ ਕਰ। ਸੋ ਦੀਸ ਥਿੰਗਸ ਤਾਂ ਹੁੰਦੇ ਸੀ, ਬਟ ਉਹਨਾਂ ਨੂੰ ਇੱਥੇ ਫੀਲਿੰਗ ਸੀ ਕਿ ਅਸੀਂ ਵੀ ਆਰ ਬਿਕਮਿੰਗ ਟੂ ਕਲੋਜ਼ ਟੂ ਦ ਬੀਜੇਪੀ। ਤੁਸੀਂ ਕੈਪਟਨ ਸਾਹਿਬ ਬੀਜੇਪੀ ਹੀ ਕਿਉਂ ਚੁਣੀ? ਆਪਾਂ ਪੰਜਾਬ ਲੋਕ ਕਾਂਗਰਸ ਬਣਾ ਲਈ ਸੀ, ਕਿਆ ਤੁਹਾਨੂੰ ਫਿਊਚਰ ਨਹੀਂ ਲੱਗ ਰਿਹਾ ਸੀ ਉਹਦਾ? ਹੁਣ ਟਾਈਮ ਆ ਗਿਆ ਕਿ ਯੂ ਹੈਵ ਟੂ ਬੀ ਵਿਦ ਨੈਸ਼ਨਲ ਪਾਰਟੀ। ਪੰਜਾਬ ਲੋਕ ਕਾਂਗਰਸ ਹੋਏ, ਅਕਾਲੀ ਦਲ ਹੋਏ, ਕੋਈ ਹੋਰ ਇਹੋ ਜਿਹੀ ਗੱਲ ਹੋਏ, ਉਹ ਸਾਰਾ ਲੋਕਲਾਈਜ਼ ਦਾ ਮਸਲਾ ਹੈ। ਐਂਡ ਅਸੀਂ ਹੁਣ ਆਈ ਬੀਨ ਮਾਈ ਹੋਲ ਲਾਈਫ ਇਨ ਅ ਨੈਸ਼ਨਲ ਪਾਰਟੀ, ਅਤੇ ਨੈਸ਼ਨਲ ਪਾਰਟੀ ਦੇ ਵਿੱਚ ਸਾਰੀ ਨੈਸ਼ਨਲ ਜਿਹੜੀ ਭੂਮਿਕਾ ਆ ਜਾਂਦੀ ਹੈ, ਸਭ ਕੁਛ ਉਹਦੇ ਵਿੱਚ ਹੀ ਆ ਜਾਂਦਾ ਹੈ। ਐਂਡ ਦੈਟ ਇਜ਼ ਵੈਰੀ ਇੰਪੋਰਟੈਂਟ ਫॉर ਮਾਈ ਵੇ ਆਫ ਥਿੰਕਿੰਗ। ਹੁਣ ਅਕਾਲੀ ਦਲ 10 ਸਾਲ ਮੈਂ ਰਿਹਾ, ਉਹਨਾਂ ਦੀ ਸੋਚ ਤਾਂ ਕਗਰ ਨਹੀਂ ਟੱਪਦੀ ਸੀ। ਵੈਨ ਯੂ ਆਰ ਲੁਕਿੰਗ ਇਨ ਅ ਨੈਸ਼ਨਲਾਈਜ਼ਡ ਵੇ, ਤੁਸੀਂ ਹਾਊ ਕੈਨ ਯੂ ਬੀ ਇਨ ਅ ਲੋਕਲਾਈਜ਼ਡ ਪਾਰਟੀ? ਪੰਜਾਬ ਲੋਕ ਕਾਂਗਰਸ ਮੇਰੇ ਜਾਣ ਤੋਂ ਪਹਿਲਾਂ ਮੇਰੇ ਆਪਣੇ ਸਾਥੀ ਕਾਂਗਰਸ ਦੇ ਲੋਕ ਕਾਂਗਰਸ 'ਤੇ ਆਏ ਸੀ, ਉਹਨਾਂ ਨੇ ਮੈਨੂੰ ਕਿਹਾ ਸੀ ਸਾਹਿਬ ਆਪਾਂ ਇੱਥੇ ਨਾ ਰਹੀਏ, ਵੀ ਆਰ ਪਾਰਟ ਆਫ ਅ ਨੈਸ਼ਨਲ ਪਾਰਟੀ। ਮਤਲਬ ਕਾਂਗਰਸ ਤੋਂ ਤਾਂ ਆਏ ਸੀ ਸਾਰੇ, ਅਤੇ ਅਸੀਂ ਬੀਜੇਪੀ ਨਾਲ ਚੱਲੋ। ਫਿਰ ਜਾਣ ਤੋਂ ਪਹਿਲਾਂ ਮੈਂ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਸੀ ਐਂਡ ਹੋਮ ਮਿਨਿਸਟਰ ਨਾਲ, ਐਂਡ ਦੇ ਸੈਡ, ਮੈਂ ਕਿਹਾ ਜਦੋਂ ਮੇਰਾ ਆਪਰੇਸ਼ਨ ਹੋ ਜਾਊਗਾ ਮੈਂ ਵਾਪਸ ਆਊਂਗਾ, ਫਿਰ ਅਸੀਂ ਤੁਹਾਡੇ ਵਿੱਚ ਜੁਆਇਨ ਕਰ ਜਾਵਾਂਗੇ। ਪਲੈਨਿੰਗ ਕੀ ਹੈ ਕੈਪਟਨ ਅਮਰਿੰਦਰ ਸਿੰਘ ਦੀ? ਹੁਣ ਸਿਰਫ ਬੈਕ ਐਂਡ ਤੋਂ ਬੀਜੇਪੀ ਨੂੰ ਸਪੋਰਟ ਕਰਨਾ ਹੈ ਜਾਂ ਤੁਸੀਂ ਲੋਕ ਸਭਾ ਵੀ ਲੜ ਸਕਦੇ ਹੋ? ਨੋ ਮੈਂ ਨਹੀਂ ਪਾਰਲੀਮੈਂਟ 'ਚ, ਮੈਂ ਨਾ ਪਾਰਲੀਮੈਂਟ 'ਚ ਜਾਣਾ ਹੈ, MLA ਰਹੇ हैं, MP ਰਹੇ हैं, ਇੱਕ ਵਾਰ ਮਿਨਿਸਟਰ, 2 ਬਾਰ ਚੀਫ ਮਿਨਿਸਟਰ। ਸਮਟਾਈਮਸ ਯੂ ਸ਼ੁੱਡ ਲੁੱਕ ਬਿਯੋਂਡ ਦਿਸ, ਔਰ ਬਿਯੋਂਡ ਦੇਖਣ ਦਾ ਮਤਲਬ
कि अपने देश वास्ते अपने सूबे वास्ते या what can you do to help। लोग कहते हैं कि फलाने बंदे चले गए पार्टी कुछ पुछ के उन्होंने ये बन जाएंगे वो बन जाएंगे। मैं कभी नहीं पूछा, नेवर हैव आई आस्क्ड द प्राइम मिनिस्टर, ना मैं होम मिनिस्टर, ना किसी कांग्रेस बीजेपी के प्रेजिडेंट ਨੂੰ कि मैनू तुसीं कुछ दिओ। आई जस्ट सैड मैं तुहानूं ज्वाइन करना है और मैं उन्हों की पूरी हेल्प करूँगा जिथे भी वो कहेंगे। यानी हुण विधान सभा लोक सभा चुनाव नहीं, फैमिली चो चाहते हो कोई लड़े? मैं नहीं कह सकता कौन आऊगा या कौन लड़ूगा, लेकिन ये हो सकता है। लोकसभा के विधानसभा? I can't say। विधानसभा भी हो सकती है, लोकसभा भी। Doesn't mean that if a husband does something, the wife has to do the same। ज़माना बदल गया, so it is up to her to decide। and देखते हैं कि डिसाइड कर देने। हो ये भी सकता है कि परनीत जी लोकसभा लड़ लैन, दोवां बच्चों चो एक बच्चा विधानसभा लड़ लवे। हो सकता है, बट आई कांट से एट द मोमेंट। हाँ तो बहुत टाइम 4 साल पे ने, 4 साल तो बहुत दुनिया बदल जाती है। लोकसभा ਨੂੰ ਤਾਂ ਸਰ 1 ਸਾਲ ਹੀ। ਲੋਕਸਭਾ ਇਜ਼ ਡਿਫਰੈਂਟ, ਬਟ ਆਈ ਡੋਂਟ ਥਿੰਕ ਕੋਈ ਵੀ ਬੱਚਾ ਇੰਟਰਸਟਿਡ ਹੈ ਲੋਕਸਭਾ 'ਚ। ਤੁਸੀਂ ਅਗਰ ਬੀਜੇਪੀ 'ਚ ਨਹੀਂ ਲੜਨਾ ਚਾਹੁੰਦੇ ਹੁਣ ਤੇ ਫਿਰ ਕਾਂਗਰਸ 'ਚ ਜਦੋਂ ਤੁਸੀਂ ਚੀਫ ਮਿਨਿਸਟਰ ਸੀ ਤੇ ਉਦੋਂ ਤੁਸੀਂ ਕਿਹਾ ਸੀ ਕਿ ਆਪਾਂ 22 ਤੋਂ ਬਾਅਦ ਨਹੀਂ ਲੜਨਾ, ਫਿਰ ਤੁਹਾਨੂੰ ਦੁਬਾਰਾ ਕਿਉਂ ਇਹ ਕਹਿਣਾ ਪਿਆ ਕਿ ਮੈਂ 22 ਤੋਂ ਬਾਅਦ ਵੀ ਲੜ ਸਕਦਾ? ਬਿਕੋਜ਼ ਲੀਡਰਸ਼ਿਪ ਜਿਹੜੀ ਇਵੋਲਵ ਹੋ ਰਹੀ ਸੀ ਕਾਂਗਰਸ 'ਚ, ਮੈਂ ਸੋਚ ਰਿਹਾ ਸੀ ਪੰਜਾਬ ਨੂੰ ਇਹ ਨਹੀਂ ਚਲਾ ਸਕਦੀ। ਤੁਸੀਂ ਮੈਨੂੰ ਆਪ ਦੱਸੋ। We've had Sardar Pratap Singh Kairo, we've had Bhim Singh Sachar, we've had Gyani Zail Singh, we've had such eminent लोग आए हैं। ਹੁਣ ਤੁਹਾਡੇ ਕੋਲ ਰਾਜਾ ਵੜਿੰਗ ਹੀ ਰਹਿ ਗਿਆ ਲੈਣ ਨੂੰ ਬਣਾਉਣ ਨੂੰ। ਰਾਜਾ ਵੜਿੰਗ ਚਲਾਊਗਾ ਤੁਹਾਡੇ ਪੰਜਾਬ ਦੀ ਕਾਂਗਰਸ ਨੂੰ। ਐਂਡ ਆਈ ਨੋ ਵਾਟ ਰਾਜਾ ਵੜਿੰਗ ਇਜ਼। ਰਾਜਾ ਵੜਿੰਗ ਹੋਰ ਕਿਸਮ ਦੀ ਚੀਜ਼ ਹੈ, ਇਹੀ ਇੱਥੇ ਆ ਗਿਆ ਆਪਾਂ ਥੱਲੇ। ਤਾਂ ਹੀ ਮੈਂ ਲੋਕਾਂ ਨੂੰ ਪਤਾ ਲੱਗ ਜਾਏਗਾ ਨਾ। ਨਹੀਂ ਮੈਂ ਨਹੀਂ, ਮੈਂ ਕੱਲ ਵੀ ਪੁੱਛਿਆ ਸੀ, ਮੈਂ ਨਹੀਂ ਕਹਿ ਸਕਦਾ ਉਹਨੂੰ ਕਿ ਕਾਰਨ ਕੀ ਹੈ। ਉਹਨੂੰ ਪੁੱਛੋ ਤੁਸੀਂ कि तू ना बोली जाना है अमरिंदर सिंह के खिलाफ, जरा दस तो सही कि तेनू कैसे बचाया सी कैप्टन साहब ने, किहड़े केस चो? लेट्स नॉट टॉक अबाउट इट। बट ये चीज़ां बहुत कुछ होईयां ने पंजाब दे विच, किन्ना मैं दसूंगा नहीं। लेकिन अगर कोई कैप्टन साहब सीरीयस केस सी ते पंजाब दी जनता नू क्यों नहीं पता लगना चाहिए जे तुसी बचाया सी? और तुसी भी मैनू ये दसो कि अगर तुसी गलत मनदे हो ते तुसी क्यों बचाया? रेते दा मसला, ठीक है, मैनू पता है सारे किन्ना ने रेता कीता। मैं चला गया कांग्रेस प्रेजिडेंट ਨੂੰ ਮਿਲਣ और कांग्रेस प्रेजिडेंट ने ਮੈਨੂੰ पता ਸੀ ਇਹ ਪੁੱਛਣਗੇ ਸਵਾਲ, तो मैं एक कागज़ ਤੇ लिख के ले गया सी who is involved। उन्होंने पूछा कि अमरिंदर मैं सुने वहाँ there is a lot of this happening, sand mafia and all, why don't you do something about it? I said ma'am I'll do something about it, arrest those people। I said here's the paper, tell me who do I arrest। ਸਾਰੇ ਕਾਂਗਰਸ ਦੇ ਬੰਦੇ ਫਿਰ ਚੁੱਪ ਕਰ ਗਏ। ਸੋ ਦੈਟ ਕਦੇ ਤੁਹਾਨੂੰ ਕਰਨੇ ਪੈਂਦੀਆਂ ਨੇ ਗੱਲਾਂ। ਪੁੱਛੋ ਵੜਿੰਗ ਨੂੰ, ਇਹ ਆਪ ਹੀ ਤੁਹਾਨੂੰ ਦੱਸੋ ਅਗਰ ਸੱਚ ਬੋਲਣ ਦੀ ਆਦਤ ਹੈ। ਥੋੜੀ ਜੀ ਕਲੈਰਿਟੀ ਇਹ ਹੋਗੀ ਕਿ ਇਹ ਵੀ ਮਾਈਨਿੰਗ 'ਚ ਇਨਵੋਲਵ ਸੀਗੇ ਕੈਪਟਨ ਸਾਹਿਬ, ਲੇਕਿਨ ਸੋਨੀਆ ਜੀ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਮੈਂ ਰਾਜਾ ਵੜਿੰਗ ਆਈ ਡੋਂਟ ਨੋ ਵੈਦਰ ਹੀ ਵਾਸ ਇਨਵੋਲਵਡ ਇਨ ਮਾਈਨਿੰਗ, ਉਹਦੇ ਵਾਸਤੇ ਨਹੀਂ, ਕੋਈ ਹੋਰ ਇਸ਼ੂ ਸੀ। ਪਰ ਤੁਸੀਂ ਦੱਸਣਾ ਕਿਉਂ ਨਹੀਂ ਚਾਹੁੰਦੇ ਕੈਪਟਨ ਸਾਹਿਬ? ਮੈਂ ਕਦੇ ਵੀ ਕਿਸੇ ਨੂੰ ਬੋਲਦਾ ਨਹੀਂ ਅਨਲੈਸ ਹੀ ਇਜ਼ ਇਨਵੈਸਟੀਗੇਟਡ ਐਂਡ ਫਾਊਂਡ ਟੂ ਬੀ ਇਨਕਰੈਕਟ। ਬਟ ਇਹ ਜਿਹੜੀ ਗੱਲ ਸੀ ਦਿਸ ਇਜ਼ ਨਾਟ ਇਨਵੈਸਟੀਗੇਟਡ। ਪਰ ਕੱਲ ਨੂੰ ਰਾਜਾ ਵੜਿੰਗ ਅਗਰ ਇਹ ਗੱਲ ਕਹਿ ਦੇਵੇ ਮੈਨੂੰ ਕਿ ਜੇ ਸੀਗੀ ਕੋਈ ਗੱਲ ਤੇ ਦੱਸੀ ਕਿਉਂ ਨਹੀਂ ਤੁਹਾਨੂੰ ਉਹਨਾਂ ਨੇ, ਫਿਰ ਉਹਨਾਂ ਨੂੰ ਤਾਂ ਮੈਂ ਪੁੱਛੂੰਗਾ ਹੀ ਪੁੱਛੂੰਗਾ। ਪੁੱਛੋ, ਉਹ ਦੱਸਣਗੇ ਫਿਰ। ਪਰ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਕੈਪਟਨ ਸਾਹਿਬ ਇਹਨਾਂ ਨੂੰ ਕਿੰਨੀਆਂ ਕੁ ਸੀਰੀਅਸ ਪ੍ਰੋਬਲਮਾਂ ਚੋਂ ਬਚਾਉਂਦੇ ਰਹੇ, ਉਹ ਵੀ ਤਾਂ ਮੈਨੂੰ ਪਤਾ ਲੱਗੇ। सीरियस प्रॉब्लम तो नहीं है यही जी गल होए कि कोई एंटी नेशनल गल होए, दैट आई मैं तो बिल्कुल ठोक देना सी इन्हां नूं, यही जी कोई गल होंदी। लेकिन ऑन द क्वेश्चन ऑफ सैंड माइनिंग और ये चीज़ां 10 बार इन्हां नूं कह कि भाई जान दिओ ये गवर्नमेंट सदा वास्ते नहीं, कदे ना कदे नवीं गवर्नमेंट आऊ फिर तुहानूं भुगतना पऊ। मैं सारे पुछो कि इन्हों नहीं किया, ये सुनते नहीं सी तुहाडी? अज तो कुछ नहीं कर रहे जी, अज तो बिल्कुल नहीं कर रहे जी। और उतों रिपोर्ट आ रही सी कि सारे कर रहे हैं, दूर तो आके इधर कोई डेराबस्सी लग्या हुआ है, कोई रोपड़ लग्या हुआ है, कोई किते लग्या हुआ है सारा। मैं तो उपर दी फ्लाई करके गया सी एक दिन, और उत्थे मैनूं उत्थे टीम भेजनी पई। मैं जा रहा सी गुरदासपुर तो मैं नदी दे विच देखिया समबडी वाज पता नहीं कौन पट रहा सी उत्थे, तो उत्थे लैंड करके टैलीफोन किया कि बंदे भेजो, फिर फड़ के उन्होंने फड़ लिया उत्थों। बट किन्नियां नूं फड़ीए सारे पंजाब तो हो रहा सी। तुसीं इन्हां दी अगर इन्नी मौज करा रहे सी फिर ये औखे क्यों हो गए तुहाडे तो? आई डोंट नो क्यों औखे हो गए, मैनूं तो ये नहीं समझ आती। मैं एक दिन जिहड़ा सुखी औखा होया सुखिंदर, और वो फिर सारे किते लग पिया सी ना मेरे खिलाफ, वो तो जिहड़ा माझा ब्रिगेड तुसीं कहने हो ਉਹਨੂੰ, मेरी कैबिनेट की मीटिंग हुई पंजाब भवन दे विच, ਉਹਦਾ बयान मेरे खिलाफ आ गया सी किसी अखबार 'ਚ। ਤੇ मैं क्या देखो गल सुनो तुम सारे, आई एम चीफ मिनिस्टर, मैं कैबिनेट चला रहा। अगर किसी ਨੂੰ मेरे ते कोई डाउट है या मेरे ते थोड़ा भरोसा नहीं तो तुसीं जा सकते हो, यू कैन गो, वी हैव प्लेंटी ऑफ पीपल ਜਿਹੜੇ जुड़ना चाਹੁੰਦੇ ਨੇ। ਤੇ मैं क्या अज भी एक स्टेटमेंट आई है, सुखी कहना जी मैं दी है,
मैं कि क्यों देती है तू, यू आर अ मैंबर ऑफ माई कैबिनेट, तेरा मतलब नहीं सी देन दा। उस तो पटक गया, उस दिन तो मेरे खिलाफ चलन लग गया। छोटी सोच है बस, दैट्स द वे दे गो। बीजेपी एक परिवार एक टिकट की गल करती है, ਤੁਹਾਡੀ ਪੂਰੀ ਫੈਮਿਲੀ ਨੇ ਬੀਜੇਪੀ ਜੁਆਇਨ ਕੀਤੀ, ਤੁਹਾਨੂੰ ਨਹੀਂ ਲੱਗਦਾ ਕਿ ਅੱਗੇ ਕ੍ਰਾਈਸਿਸ ਤੁਹਾਨੂੰ ਵੀ ਫੇਸ ਕਰਨਾ ਪੈ ਸਕਦਾ ਹੈ ਜੇ ਮੰਨ ਲਓ ਕਿ ਪ੍ਰਨੀਤ ਕੌਰ ਜੀ ਵੀ ਲੜਨਾ ਚਾਹਣ ਜਾਂ ਬੱਚੇ ਵੀ ਲੜਨਾ ਚਾਹਣ ਤਾਂ? ਮੈਨੂੰ ਨਹੀਂ ਪਤਾ ਕਿ ਪ੍ਰਨੀਤ ਕੀ ਕਰਨਾ ਚਾਹੁੰਦੀ ਹੈ, ਲੇਕਿਨ ਜਿਹੜੀਆਂ ਜਦ ਇਸ਼ੂਜ਼ ਆਉਣਗੀਆਂ ਵੀ ਵਿਲ ਟਾਕ ਟੂ ਦ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ ਪੰਜਾਬ ਨੱਡਾ ਜੀ ਨੂੰ, ਉਹਨਾਂ ਨਾਲ ਗੱਲ ਕਰਕੇ ਦੇਖਾਂਗੇ ਕਿ ਕੀ ਹੋ ਸਕਦਾ। ਕੋਈ ਪਾਲਿਸੀ ਕਦੇ ਵੀ ਪੋਲੀਟਿਕਸ ਦੇ ਵਿੱਚ ਸਾਰਾ ਵਾਸਤੇ ਨਹੀਂ ਚੱਲਦੀ। ਟਾਈਮਸ ਆ ਜਾਂਦੇ ਨੇ, ਕਦੇ ਤੁਹਾਨੂੰ ਆਪਣੇ ਖਿਆਲਾਤ ਬਦਲਣੇ ਪੈਂਦੇ ਨੇ, ਤੁਹਾਨੂੰ ਆਪਣੇ ਪਾਲਿਸੀਜ਼ ਬਦਲਣੀਆਂ ਪੈਂਦੀਆਂ ਨੇ। ਇਟ ਇਜ਼ ਪੋਸੀਬਲ ਦੈਟ ਜਿਸ ਤਰੀਕੇ ਨਾਲ ਹੁਣ ਬੀਜੇਪੀ ਵੱਧ ਰਹੀ ਹੈ ਮੁਲਕ ਦੇ ਵਿੱਚ, ਕਦੇ ਐਡਜਸਟਮੈਂਟਸ ਕਰਨੀਆਂ ਪੈਂਦੀਆਂ ਨੇ। ਇਟ ਇਜ਼ ਪੋਸੀਬਲ। ਇਹ ਹੱਲਾ ਹੈ ਕਿ ਤੁਹਾਨੂੰ ਵੀ ਗਵਰਨਰ ਲਗਾਇਆ ਜਾ ਸਕਦਾ ਹੈ। ਮੈਨੂੰ ਵਾਈਸ ਪ੍ਰੈਜ਼ੀਡੈਂਟ ਬਣਾਤਾ, ਮਹਾਰਾਸ਼ਟਰ ਦਾ ਗਵਰਨਰ, ਕਸ਼ਮੀਰ ਦਾ ਗਵਰਨਰ। ਮੈਂ ਅੱਜ ਤਾਈਂ ਕਿਸੇ ਨਾਲ ਡਿਸਕਸ਼ਨ ਨਹੀਂ ਕੀਤੀ। ਅਗਰ ਤੁਹਾਡੇ ਕੋਲ ਇਹ ਆਪਸ਼ਨ ਜਾਂ ਚਾਂਸ ਆਉਂਦਾ ਹੈ ਤੇ ਕੈਪਟਨ ਸਾਹਿਬ ਦਾ ਕੀ ਰਾਏ ਹੋਏਗੀ? ਅਗਰ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਜਿੱਥੇ ਮੇਰੀ 52 ਸਾਲ ਦੀ ਐਕਸਪੀਰੀਅੰਸ ਲੱਗ ਸਕਦੀ ਹੈ ਫॉर द ਕੰਟਰੀ, ਉਦੋਂ ਕਰਾਂਗਾ ਜਦੋਂ ਆਊ। ਹੁਣ ਆਈ ਕੈਨ ਨਾਟ ਬੀ ਯੂਜ਼ਫੁਲ ਇਨ ਲੈਟਸ ਸੇ ਕਿਸੇ ਨੇ ਕਿਹਾ ਜੀ ਨਾਗਾਲੈਂਡ ਲਾ ਦਿਓ, ਮੈਨੂੰ ਨਾਗਿਆਂ ਦਾ ਤਾਂ ਪਤਾ ਹੀ ਨਹੀਂ ਕੁਛ। ਅਗਰ ਤੁਹਾਨੂੰ ਕਿਸੇ ਵੀ ਇੰਸਰਜੈਂਸੀ ਵਾਲੇ ਏਰੀਏ 'ਚ ਗਵਰਨਰਸ਼ਿਪ ਮਿਲਦੀ ਹੈ ਤੇ ਕੈਪਟਨ ਸਾਹਿਬ ਅਗਰੀ ਹੈ? ਮੈਂ ਤਾਂ ਫੌਜੀ ਹਾਂ, ਜਿੱਥੇ ਮਰਜੀ ਇਨ ਇੰਸਰਜੈਂਸੀ ਮੈਟਰਸ ਆਈ ਹੈਵ ਨੋ ਪ੍ਰੋਬਲਮ। ਅਗਰ ਕਾਂਗਰਸ 'ਚ ਇੰਨਾ ਹੀ ਖੋਟ ਆ ਗਿਆ ਹੈ ਤੇ ਪ੍ਰਨੀਤ ਕੌਰ ਜੀ ਛੱਡ ਕਿਉਂ ਨਹੀਂ ਦਿੰਦੇ ਕਾਂਗਰਸ? ਤੁਸੀਂ ਪੁੱਛੋ ਉਹਨਾਂ ਨੂੰ। ਪਹਿਲੇ ਤੁਹਾਨੂੰ ਪੁੱਛ ਲਾਂ ਫਿਰ ਉਹਨਾਂ ਨੂੰ ਪੁੱਛ ਲਾਂ। ਉਹਨਾਂ ਦੀ ਪੋਲਿਟਿਕਸ ਆਪਣੀ ਪੋਲਿਟਿਕਸ ਹੈ, ਮੇਰੀ ਪੋਲਿਟਿਕਸ ਹੈ। ਤੁਸੀਂ ਕਦੀ ਇਸ ਬਾਰੇ ਡਿਸਕਸ ਨਹੀਂ ਕੀਤਾ ਉਹਨਾਂ ਨਾਲ? ਨੋ, ਆਈ ਹੈਵਨਟ ਡਿਸਕਸ ਬਿਕਾਜ਼ ਇਟਸ ਨਾਟ ਫੇਅਰ। ਚੌਥੀ ਜਾਂ ਪੰਜਵੀਂ ਵਾਰੀ ਪਾਰਲੀਮੈਂਟ 'ਚ ਰਹੀ ਹੈ, ਲੈਟ ਹਰ ਡਿਸਾਈਡ ਔਨ ਆਪਣੇ ਆਪ। ਅਗਰ 2024 'ਚ ਕਾਂਗਰਸ ਔਰ ਬੀਜੇਪੀ 'ਚੋਂ ਇੱਕ ਚੂਜ਼ ਕਰਨਾ ਪਵੇ ਤਾਂ ਤੁਹਾਡੀ ਕੀ ਰਾਏ ਹੋਊਗੀ? ਪ੍ਰਨੀਤ ਜੀ ਕਿਹਨੂੰ ਚੂਜ਼ ਕਰਨ? ਮੈਂ ਕਹੂੰਗਾ ਬੀਜੇਪੀ ਨੂੰ ਚੂਜ਼ ਕਰੋ। ਬੀਜੇਪੀ ਦਾ ਪੰਜਾਬ 'ਚ ਤੁਹਾਨੂੰ ਕੀ ਫਿਊਚਰ ਲੱਗਦਾ ਹੈ? ਆਈ ਥਿੰਕ ਵੈਰੀ ਬ੍ਰਾਈਟ ਫਿਊਚਰ। ਕਿਸਾਨੀ ਦਾ ਮਸਲਾ ਸੀ, ਉਹ ਤਾਂ ਗੱਲ ਗਈ ਖਤਮ। ਅੱਜ ਲੋਕ ਦੇਖਣਾ ਚਾਹੁੰਦੇ ਨੇ ਪ੍ਰੋਪਰ ਡਿਵੈਲਪਮੈਂਟ। ਨਵੀਂ ਜਨਰੇਸ਼ਨ ਆ ਗਈ ਹੈ ਪੰਜਾਬ ਦੇ ਵਿੱਚ। ਇਟਸ ਨਾਟ ਦ ਜਨਰੇਸ਼ਨ ਜਦੋਂ ਮੈਂ ਜੁਆਇਨ ਕੀਤਾ ਸੀ। ਲੇਕਿਨ ਬਹੁਤ ਸਾਰੇ ਤੁਹਾਡੇ ਵਿਰੋਧੀ ਇਹ ਵੀ ਕਹਿੰਦੇ ਹੈ ਕਿ ਚਾਹੇ ਜਾਖੜ ਸਾਹਿਬ ਹੋਣ, ਚਾਹੇ ਕੈਪਟਨ ਸਾਹਿਬ ਹੋਣ ਜਾਂ ਕੈਪਟਨ ਸਾਹਿਬ ਦੀ ਟੀਮ ਦੇ ਹੋਰ ਬਹੁਤ ਸਾਰੇ ਫਾਰਮਰ ਐਮਐਲਏਜ਼ ਜਿਹੜੇ ਆ ਉਹ ਬੀਜੇਪੀ 'ਚ ਚਲੇ ਗਏ, ਪਹਿਲਾਂ ਕਾਂਗਰਸ 'ਚ ਹੁੰਦੇ ਸੀ। ਉਹ ਕਹਿੰਦੇ ਜੇ ਇਹਨਾਂ ਨੂੰ ਕਾਂਗਰਸੀ ਰਹਿੰਦੇ ਹੋਏ ਪੰਜਾਬ 'ਚ ਵੋਟ ਨਹੀਂ ਮਿਲੀ ਤੇ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਬੀਜੇਪੀ 'ਚ ਜਾ ਕੇ ਵੋਟ ਮਿਲ ਜਾਏਗੀ? ਇਟਸ ਨਾਟ ਅਮਰਿੰਦਰ ਸਿੰਘ ਨਹੀਂ, ਸੁਨੀਲ ਜਾਖੜ ਨਹੀਂ ਔਰ ਸਮਬਡੀ ਐਲਸ। ਇਟ ਇਜ਼ ਜਿਹੜੀ ਅੱਜ ਬੀਜੇਪੀ ਦੀ ਡਿਵੈਲਪਮੈਂਟ ਪ੍ਰੋਸੈਸ ਹੈ ਨਾ ਮੁਲਕ ਦੇ ਵਿੱਚ, ਜਿੰਨਾ ਇੰਨਾ ਡਿਵੈਲਪਮੈਂਟ ਚੱਲ ਰਹੀ ਹੈ ਸਾਰੇ ਕਿਤੇ ਹਿੰਦੁਸਤਾਨ ਦੇ ਵਿੱਚ। 4 ਤਾਂ ਹਿਮਾਚਲ ਪ੍ਰਦੇਸ਼ 'ਚ ਟਨਲ ਸ਼ੁਰੂ ਹੋ ਗਈਆਂ ਇਨਟੂ ਕਸ਼ਮੀਰ। ਦਿਸ ਆਲ ਡਿਵੈਲਪਮੈਂਟ ਐਂਡ ਦੈਨ ਡਿਵੈਲਪਮੈਂਟ ਦੇ ਨਾਲ ਟ੍ਰੇਨਸ ਆ ਜਾਂਦੀਆਂ ਨੇ। ਯੂ ਕੈਨ ਇੰਡਸਟਰੀ, ਮੁੰਡਿਆਂ ਨੂੰ ਬੱਚਿਆਂ ਨੂੰ ਨੌਕਰੀਆਂ ਦੀ ਲੋੜ ਹੈ। ਸੋ ਬੀਜੇਪੀ ਅੱਜ ਡਿਵੈਲਪਮੈਂਟ ਵੱਲ ਚੱਲ ਰਹੀ ਹੈ। ਦੱਸੋ ਮੈਨੂੰ ਕਾਂਗਰਸ ਨੇ ਕਿੰਨੀ ਡਿਵੈਲਪਮੈਂਟ, ਕਿੰਨੇ ਟਨਲਸ ਬਣਾ ਦਿੱਤੇ ਜੀ? ਇਹ ਤਾਂ ਜੇ ਤੁਸੀਂ ਸਵਾਲ ਚੱਕਤਾ ਫਿਰ ਤਾਂ ਨਹੀਂ ਬਣੇ ਹੋਣੇ, ਕਿਉਂਕਿ ਤੁਸੀਂ ਪੁਰਾਣੇ ਦਿਨਾਂ ਦੇ ਕਾਂਗਰਸ ਦੇ ਨਾਲ ਕੀਤਾ ਸੀ। ਇਹਨਾਂ ਨੇ ਬਨੇਹਾਲ ਦਾ ਟਨਲ ਤੇ ਮੇਡ ਇਟ, ਆਈ ਥਿੰਕ ਇਹ ਕਾਂਗਰਸ ਟਾਈਮ 'ਚ ਬਣਿਆ ਸੀ। ਬਟ ਇਹ ਜਿਹੜਾ ਇੱਧਰਲੇ ਪਾਸੇ ਕੁੱਲੂ ਨੂੰ ਲੇਹ ਨੂੰ ਕੰਟੈਕਟ ਇਨੋਗ੍ਰੇਸ਼ਨ ਉਹ ਉਹਨਾਂ ਨੇ ਕੀਤਾ ਸੀ, ਸੋਨੀਆ ਗਾਂਧੀ ਜੀ ਦੇ ਟਾਈਮ ਹੀ ਹੋਇਆ ਸੀਗਾ ਸ਼ੁਰੂਆਤ। ਦਿਸ ਵਨ ਮਨਾਲੀ ਟਨਲ ਉਹਨਾਂ ਨੇ ਸ਼ੁਰੂ ਕੀਤਾ ਸੀ, ਬਟ ਦੈਟ ਵਾਸ ਲਿੰਕਿੰਗ ਇਹ, ਕਿਉਂਕਿ ਇਹ ਚਾਂਗਲਾ ਪਾਸਿਸ ਨੂੰ ਕ੍ਰਾਸ ਕਰਨ ਵਾਸਤੇ ਔਰ ਇੱਕ ਰੂਟ ਉਧਰ ਖੋਲ੍ਹਣ ਵਾਸਤੇ ਲੱਦਾਖ ਵਾਸਤੇ ਡਿਫੈਂਸ ਇੰਪੋਰਟੈਂਟ ਸੀ ਉਹਦੇ 'ਚ। ਹੁਣ ਇਹ ਸਾਰੇ ਕਿਤੇ ਬਣ ਰਹੇ ਨੇ। ਰੋਡ ਸਟਰਕਚਰ ਹੀ ਦੇਖ ਲਓ ਤੁਸੀਂ। ਮੈਨੂੰ ਗਡਕਰੀ ਜੀ ਦਾ ਟੈਲੀਫੋਨ ਆਇਆ ਕਿ ਵੀ ਹੈਵ ਟੂ ਡਿਸਕਸ ਦਿਸ ਇਸ਼ੂ ਆਫ ਦਿਸ ਕਠੂਆ ਹਾਈਵੇ, ਜਿਹੜੀ ਨਵੀਂ ਹਾਈਵੇ ਬਣ ਰਹੀ ਹੈ। ਤੁਸੀਂ ਪਲੀਜ਼ ਕਮ ਟੁਮਾਰੋ ਆ ਸਕਦੇ ਹੋ? मैं कि मैं आ जाऊँगा। आपके मिनिस्टर को भी बुला दो। आई टुक द मिनिस्टर, सैकटरी ले गया, मैं ਜਿਹੜੇ ਚੀਫ ਇੰਜੀਨੀਅਰ ਸੇ ਸਾਰੇ ਲੈ ਗਿਆ ਉੱਥੇ। 1 ਘੰਟੇ ਦੇ ਵਿੱਚ ਦ ਹੋਲ ਰੋਡ ਵਾਜ਼ ਰੈਡੀ ਐਂਡ ਉਦੋਂ ਅਸੀਂ ਆ ਕੇ ਇੱਥੇ ਸਟਾਰਟ ਕਰ ਦਿੱਤਾ ਫਰੋਮ ਕਠੂਆ ਟੂ ਅੰਮ੍ਰਿਤਸਰ ਇੱਧਰ ਤਰਨਤਾਰਨ ਹੋ ਕੇ ਦਿੱਲੀ ਨੂੰ ਨਿਊ ਬਾਈਪਾਸ, ਨਿਊ ਜੀਟੀ ਰੋਡ। ਦੀਸ ਸੌਰਟ ਆਫ ਥਿੰਗ ਕਦੋਂ ਹੁੰਦੀਆਂ ਸੀ ਪਹਿਲਾਂ? यूपीए ਜਾਂ ਕਾਂਗਰਸ 'ਚ ਕਿਉਂ ਨਹੀਂ ਹੋ ਪਈਆਂ? ਆਸਕ ਮਿਸਟਰ ਐਂਟਨੀ, 4 ਬਾਰ ਡਿਫੈਂਸ ਮਿਨਿਸਟਰ ਰਹੇ। ਹੀ ਹੈਡ ਹਿਸ ਪਾਲਿਸੀ ਵਾਸ ਦਿਸ ਕਿ ਅਗਰ ਤੁਸੀਂ ਨਾ ਕੁਛ ਚੀਜ਼ ਆਰਡਰ ਕਰੋ ਤਾਂ ਤੁਹਾਡੀ ਇਨਕੁਆਇਰੀ ਕਦੇ ਵੀ ਨਹੀਂ ਹੋਣੀ। ਸੋ ਹੀ ਬਿਲੀਵਡ ਇਨ ਨਾਟ ਆਰਡਰਿੰਗ ਸੋ ਦੈਟ ਦੇयर इज नो ਇਨਕੁਆਇਰੀ। ਤੁਸੀਂ ਕਦੀ ਆਬਜੈਕਸ਼ਨ ਨਹੀਂ ਕੀਤਾ ਇਸ ਚੀਜ਼ ਦਾ? ਫੌਜੀ ਸੀਗੇ, ਅਸੀਂ ਆਪਸ 'ਚ ਗੱਲ ਕਰਦੇ ਸੀ ਕਿ ਹਾਊ ਇਜ਼ ਦ ਕੰਟਰੀ ਗੋਇੰਗ ਟੂ ਸਰਵਾਈਵ? ਦਿਸ ਇਜ਼ ਨਾਟ ਅ ਵੇ ਫॉर ਸਰਵਾਈਵਿੰਗ। We need 42 squadrons to meet China and to meet Pakistan. ਸਾਡੇ ਕੋਲ we had come down to 21 squadrons of Air Force. Then there was no tanks. The artillery, आज देखो, artillery guns are being put on the border which have got a range of up to 40 miles. Have you ever thought of this? ਇਹ ਜਿਸ ਤਰੀਕੇ ਨਾਲ ਹੁਣ defense ਤੇ concentrate ਕਰ ਰਹੇ हैं, this should have been done long ago. ਹੁਣ ਐਨੀ ਭੱਜ ਨਹੀਂ ਨਾ ਪੈਂਦੀ। ਫਿਰ ਕੀ ਚੀਜ਼ ਸੀਗੀ
ਜਿਹਨੂੰ ਲੈ ਕੇ ਤੁਹਾਡਾ ਦਿਲ ਚੇਂਜ ਹੋਇਆ ਜਾਂ ਤੁਸੀਂ ਸਭ ਤੋਂ ਜ਼ਿਆਦਾ ਇੰਪ੍ਰੈਸਡ ਹੋਏ ਪ੍ਰਾਈਮ ਮਿਨਿਸਟਰ ਤੋਂ? Total 2 minute decision. I am not saying anything wrong about Dr. Manmohan Singh ji. Manmohan Singh ji also was a very good prime minister. लेकिन जिथे ताईं करंट प्राइम मिनिस्टर की गल है और मिस्टर अमित शाह दोनों ऐ फैसले करते हैं. दैट इज़ अ वेरी इंपॉर्टेंट थिंग. आई ट्राई टू डू दैट जब मैं चीफ मिनिस्टर रहा. मेरी भी कोशिश होती सी फिर क्विक डिस्पोजल. नहीं तो थिंग्स लिंगर करते हैं ਉਹਦਾ ਫਾਇਦਾ ਕੀ ਹੈ? ਤੁਰੰਤ ਫੈਸਲੇ ਲੈਣਾ ਤੁਹਾਨੂੰ ਚੰਗਾ ਲੱਗਦਾ? आई थिंक इज़ वेरी इंपॉर्टेंट. ਬੀਜੇਪੀ ਦੀ ਵੇਵ ਕਦੀ ਵੀ ਪੰਜਾਬ 'ਚ ਲੈਂਡ ਕਿਉਂ ਨਹੀਂ ਕਰਦੀ? आई थिंक बिकॉज दे ਅਕਾਲੀਆਂ ਨਾਲ ਇਹਨਾਂ ਦਾ ਸਮਝੌਤਾ ਹੋ ਜਾਂਦਾ ਸੀ. ਐਵਰੀ ਟਾਈਮ ਦੇ यूज्ड टू बी ਅਕਾਲੀ ਸਮਝੌਤਾ. ਇਹਨਾਂ ਨੂੰ ਦੇ ਦਿੰਦੇ ਸੀ 8 10 12 ਸੀਟਾਂ ਫਿਰੋਜ਼ਪੁਰ ਤੋਂ ਲੈ ਕੇ ਗੁਰਦਾਸਪੁਰ ਤੱਕ ਜਾਂ ਕੋਈ ਵੱਡੇ ਸ਼ਹਿਰਾਂ ਦੇ ਵਿੱਚ, ਔਰ ਆਪ ਬਾਕੀ ਸਭ ਕੁਝ ਅਕਾਲੀ ਦਲ ਸਾਂਭਦਾ ਸੀ. ਦਿਸ ਇਜ਼ ਦ ਫਸਟ ਟਾਈਮ ਜਿਹੜੇ ਨਿਕਲਣਗੇ ਮੈਦਾਨ 'ਚ ਆਪਣੇ ਆਪ. ਅੱਜ ਜਿਸ ਤਰੀਕੇ ਨਾਲ ਮਾਹੌਲ ਬਣ ਰਿਹਾ ਇੱਥੇ ਪੰਜਾਬ 'ਚ, ਇਹਦੇ ਬਾਵਜੂਦ ਕਿਸਾਨਾਂ ਦੀ ਮੂਵਮੈਂਟ ਰਹੀ ਹੈ. ਯੂ ਵੁੱਡ ਸੀ ਦੈਟ ਬੀਜੇਪੀ ਵਿਲ ਦਿਸ ਟਾਈਮ ਐਤਕੀ ਗਵਰਨਮੈਂਟ ਬਣਾਏਗੀ. ਲੋਕ ਸਭਾ 'ਚ ਵੀ ਲੇਕਿਨ ਤੁਸੀਂ ਜੇਟਲੀ ਸਾਹਿਬ ਨੂੰ ਹਰਾਤਾ ਸੀ. 14 ਚ ਇੰਨੀ ਵੇਵ ਸੀ, 19 ਚ ਉਸ ਤੋਂ ਵੀ ਜ਼ਿਆਦਾ ਸੀਟਾਂ ਹੋ ਗਈਆਂ. ਲੇਕਿਨ ਪੰਜਾਬ 'ਚ ਉਹੀ 2-3 ਚ ਲੜ ਕੇ 2 ਤੇ ਹੀ ਰਹਿ ਜਾਂਦੇ. ਹੁਣ ਟਾਈਮ ਬਦਲ ਗਿਆ, ਹੁਣ ਹਾਲਾਤ ਬਦਲ ਗਏ ਨੇ. ਬੀਜੇਪੀ ਹੈਜ਼ ਬਿਕਮ ਅ ਨੈਸ਼ਨਲ ਪਾਰਟੀ. It was then earlier ਤਾਂ ਸਿਰਫ ਹਿੰਦੂ ਹਾਰਟਲੈਂਡ ਦੇ ਵਿੱਚ ਹੁੰਦੀ ਸੀ, which was ਬਿਹਾਰ ਐਂਡ ਯੂਪੀ ਐਂਡ ਮੱਧ ਪ੍ਰਦੇਸ਼ ਐਂਡ ਦੈਟ ਏਰੀਆ. ਹੁਣ ਤਾਂ ਸਾਰੇ ਕਿਤੇ ਫੈਲ ਗਈ. ਈਵਨ ਸਾਊਥ ਇੰਡੀਆ ਜਿਹੜੇ ਬੀਜੇਪੀ ਨੂੰ ਕਦੇ ਵੀ ਨਹੀਂ ਦੇਖਣਾ ਚਾਹੁੰਦੇ ਉੱਥੇ ਜਿੱਤ ਰਹੇ ਨੇ. ਟ੍ਰਾਈਬਲ ਬੈਲਟਸ ਜਿੱਤ ਰਹੇ ਨੇ ਆਪਣੇ ਆਪਣਾ ਅਰੁਣਾਚਲ ਜਾਂ ਦਿਸ ਨਾਗਾਲੈਂਡ ਵੈਰਐਵਰ ਦੇ ਆਰ. ਸੋ ਇਹ ਹੁਣ ਚੇਂਜਸ ਆ ਗਈਆਂ ਨੇ ਐਂਡ ਥੋੜੀ ਚੇਂਜਸ ਤੁਸੀਂ ਨਹੀਂ ਆਏ ਹੋ ਚੇਂਜਸ ਦਿਸ ਨਿਊ ਕਮਿਊਨੀਕੇਸ਼ਨ ਸਿਸਟਮ. ਐਂਡ ਹੁਣ ਯੂ ਕਾਂਟ ਥਿੰਕ ਕਿ ਪੁਰਾਣੀ ਬੀਜੇਪੀ ਹੈ ਔਰ ਪੁਰਾਣੇ ਹਾਲਾਤ ਨੇ. ਪਿੰਡਾਂ ਦੇ ਵਿੱਚ ਜਾਊਂਗਾ ਮੈਂ ਉਹਨਾਂ ਵਾਸਤੇ. ਬੀਜੇਪੀ ਨੇ ਟਾਸਕ ਕੀ ਦਿੱਤਾ, ਹੁਣ ਟਾਰਗੇਟ ਕੀ ਹੈ? ਨੋ ਟਾਸਕ ਲਾਈਕ ਦੈਟ. ਮੈਨੂੰ ਬੜਾ ਵੈਲਕਮ ਕੀਤਾ ਉਹਨਾਂ ਨੇ ਹੁਣ ਪਿੱਛੇ ਜੇ. ਐਂਡ ਮੈਂ ਉਹਨਾਂ ਨੂੰ ਕਿਹਾ ਸੀ ਜੋ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਤੁਸੀਂ ਦੱਸੋ ਲੈਟ ਮਾਈ ਬੈਕ. ਜਦੋਂ ਤਾਈਂ ਮੇਰੀ ਇਹ ਸਰਜਰੀ ਦਾ ਮਸਲਾ ਨਹੀਂ ਮੁੱਕਦਾ ਤੁਸੀਂ ਮੈਨੂੰ ਕਿਤੇ ਲੈ ਜਾਓ ਜਿੱਥੇ ਵੇਅਰ ਆਈ ਕੈਨ ਸਿਟ ਐਂਡ ਟਾਕ ਐਂਡ ਐਡਰੈਸ ਐਂਡ ਆਲ. ਜਦ ਦਿਨ ਮੈਂ ਘੁੰਮਣ ਲੱਗ ਜਾ ਫਿਰ ਤੁਹਾਡੇ ਵਾਸਤੇ ਸਾਰੇ ਪੰਜਾਬ ਆ. ਹੁਣ ਹਿਮਾਚਲ ਆ ਗਿਆ, ਮੈਂ ਜਾਊਂਗਾ ਹਿਮਾਚਲ 'ਚ. ਕੈਂਪੇਨ ਕਰੋਗੇ? ਆਈ ਵਿਲ ਕੈਂਪੇਨ. ਆਈ ਹੋਪ ਆਈ ਐਮ ਰੈਡੀ ਬਾਈ ਦੈਨ, ਫਿਟ ਬਾਈ ਦੈਨ. ਬਟ ਕੈਪਟਨ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੱਧੂ ਨਾਲ ਜੇ ਤੁਹਾਡਾ ਝਗੜਾ ਜਾਂ ਤੁਹਾਡਾ ਜੋ ਵੀ ਮਨ ਮੁਟਾਵ ਹੋਇਆ ਉਹ ਨਾ ਹੁੰਦਾ ਤਾਂ ਅੱਜ ਸ਼ਾਇਦ ਤੁਸੀਂ ਕਾਂਗਰਸ 'ਚ ਹੁੰਦੇ? ਨਵਜੋਤ ਸਿੱਧੂ ਨਾਲ ਮੇਰਾ ਕੋਈ ਇਹਦੇ ਨਾਲ ਕੋਈ ਡਿਫਰੈਂਸ ਆਫ ਓਪੀਨੀਅਨ ਨਹੀਂ ਸੀ. ਇਹ ਤਾਂ ਪ੍ਰਿਯੰਕਾ ਜੀ ਚਾਹੁੰਦੇ ਸੀ ਕਿ ਨਵਜੋਤ ਸਿੱਧੂ ਨੂੰ ਬਣਾਇਆ ਜਾਏ ਤਾਂ ਉਹਨੂੰ ਲੈ ਕੇ ਆ ਗਏ. ਨਵਜੋਤ ਸਿੱਧੂ ਦਾ ਕਾਂਗਰਸ ਕਿਆ ਹੈ? ਇਹਦੇ ਫਾਦਰ ਹੁੰਦੇ ਸੀ ਮੇਰੇ ਡਿਸਟ੍ਰਿਕਟ ਪ੍ਰੈਜ਼ੀਡੈਂਟ. ਜਦੋਂ ਮੈਂ MP ਬਣਿਆ ਪਟਿਆਲੇ ਦੇ DCC ਦੇ ਪ੍ਰੈਜ਼ੀਡੈਂਟ ਰਹੇ ਐਂਡ ਹੀ ਹੈਲਪ ਮੀ ਅ ਲੋਟ. ਮੈਨੂੰ ਉਹਨੇ ਬੜੀ ਮਦਦ ਕੀਤੀ ਸੀ. ਪਰ ਇਹਦੇ ਨਾਲ ਤਾਂ ਮੇਰਾ ਕੁਝ ਨਹੀਂ ਹੈ. ਆਈ ਗੋਟ ਨਥਿੰਗ. ਕਾਂਗਰਸ ਹਾਈ ਕਮਾਂਡ ਤੁਹਾਨੂੰ ਇੰਨਾ ਜ਼ਿਆਦਾ ਇੰਪੋਰਟੈਂਸ ਦਿੰਦੀ ਸੀ ਤੇ ਫਿਰ ਨਵਜੋਤ ਸਿੱਧੂ ਨੂੰ ਜਦੋਂ ਪ੍ਰਿਯੰਕਾ ਨੇ ਪ੍ਰਧਾਨ ਬਣਾਉਣ ਦਾ ਫੈਸਲਾ ਲਿਆ ਤੇ ਤੁਹਾਨੂੰ ਕੌਨਫੀਡੈਂਸ ਕਿਉਂ ਨਹੀਂ ਲੈਣਾ ਠੀਕ ਸਮਝਿਆ? ਆਈ ਡੋਨਟ ਨੋ. ਤਾਂ ਉਹਨਾਂ ਨੂੰ ਤੁਸੀਂ ਪੁੱਛੋ ਬਿਕਾਜ਼ ਆਈ ਨੈਵਰ ਥੋਟ. ਮੈਂ ਤਾਂ ਪ੍ਰਿਯੰਕਾ ਨੂੰ ਜਾਣਨਾ ਜਦੋਂ ਨਿੱਕੀ ਜੀ ਸੀ. ਰਾਹੁਲ ਨੂੰ ਵੀ ਨਿੱਕਾ ਜਿਹਾ ਜਾਣਦਾ. ਇਹਨਾਂ ਦੇ ਫਾਦਰ ਤਾਂ ਮੇਰੇ ਜਮਾਤੀ ਹੁੰਦੇ ਸੀ. 1984 ਤੋਂ ਲੈ ਕੇ ਅਸੀਂ ਇਕੱਠੇ 54 ਤੋਂ ਲੈ ਕੇ ਅਸੀਂ ਇਕੱਠੇ ਰਹੇ. ਮੇਰੇ ਨਾਲ ਬੜਾ ਪਿਆਰ ਸੀ. ਸੋ ਆਈ ਨੈਵਰ ਥੋਟ ਕਿ ਇਹ ਜੀ ਗੱਲ ਹੋਈ ਹੈ. ਇਹ ਤਾਂ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਗੱਲ ਚੱਲ ਰਹੀ ਹੈ, ਮੈਂ ਇੱਕ ਦਿਨ ਮਿਲਿਆ ਮਿਸਿਸ ਗਾਂਧੀ ਨੂੰ ਉੱਥੇ ABC ਦਾ ਰਾਵਤ ਤੇ ਮੈਂ ਆਪਣੀ ਰੈਜ਼ਿਗਨੇਸ਼ਨ ਲੈ ਗਿਆ ਸੀ. ਐਂਡ ਆਈ ਸੈਡ ਮੇਰਾ ਰੈਜ਼ਿਗਨੇਸ਼ਨ ਲੈ ਲਓ. ਤੁਸੀਂ ਵਾਂਟ ਟੂ ਚੇਂਜ ਟੂਡੇ? ਕਿਸੇ ਨੂੰ ਬਣਾਉਣਾ ਬਣਾ ਦਿਓ. ਸ਼ੀ ਸੇਜ਼ ਵਾਈ ਆਈ ਡੋਂਟ ਵਾਂਟ ਟੂ ਚੇਂਜ. ਤੁਸੀਂ ਤਾਂ ਯੂ ਹੈਵ ਟੂ ਟੇਕ ਦ ਪਾਰਟੀ ਥਰੂ ਦ ਇਲੈਕਸ਼ਨਸ. ਮੈਂ ਕਿਹਾ ਬਟ ਦੈਨ ਦਿਸ ਇਜ਼ ਨॉट ਦ ਫੀਲਿੰਗ ਇਨ ਪੰਜਾਬ. ਪੰਜਾਬ 'ਚ ਤਾਂ ਫੀਲਿੰਗ ਕੁਛ ਹੋਰ ਆ ਰਹੀ है. क्या आ रही है? मैंने कहा थे आ रही है कि यू वांट टू चेंज. रावत जी ये कैसे हो सकता है, इसको बंद करो, ऐसे फजूल की बातें करते हैं लोग ऐसे. महीने बाद मैं उरे बैठा अखबार पढ़ रहा, मैनू टेलीफोन आ गया एक दोस्त था कि जी ਇੱਥੇ ਤੁਸੀਂ ਕਿਉਂ ਸੱਦੀ ਹੈ CLP ਮੀਟਿੰਗ 5 ਵਜੇ. ਮੈਂ ਕਿਹਾ ਮੈਂ ਤਾਂ CLP ਦਾ ਲੀਡਰ ਹਾਂ. ਹਾਊ ਕੈਨ ਦੇ ਹੈਵ ਅ ਮੀਟਿੰਗ ਵਿਦਆਊਟ ਮੀ? ਕਹਿੰਦੇ ਸਾਰੀ ਰਾਤ ਦਿੱਲੀ ਤੋਂ ਟੈਲੀਫੋਨ ਆ ਰਹੇ ਨੇ. ਉਹ 4-5 ਨਵੇਂ ਜੇ ਇਹਨਾਂ ਦੇ ਬਣਾਏ ਹੋਏ ਨੇ ਐਡਵਾਈਜ਼ਰ, ਵੇਨੂ ਗੋਪਾਲ ਔਰ ਪਤਾ ਨਹੀਂ ਕਿਹੜੇ 3-4 ਮਾਕਨ ਵਗੈਰਾ ਹੈ ਜੇ ਅਜੇ ਮਾਕਨ ਰਣਦੀਪ ਸੁਰਜੇਵਾਲਾ ਇਹਨਾਂ ਦਾ ਮਹਾਰਥੀ ਹੈ. ਔਰ ਚੌਧਰੀ ਇਹਨਾਂ ਦਾ ਮਹਾਰਥੀ ਹੈ. ਹਰੀਸ਼ ਚੌਧਰੀ ਸਭ ਤੋਂ ਜ਼ਿਆਦਾ ਮਾੜਾ ਬੰਦਾ ਹੋਈ ਹੈ. ਐਂਡ ਉਹ ਟੈਲੀਫੋਨ ਕਰਦੇ ਰਹੇ ਇੱਥੇ. ਐਂਡ ਬੇਸਿਕਲੀ ਪੰਜਾਬ ਦਾ ਕਾਂਗਰਸ ਡੁੱਬੀ ਹੈ ਇਸ ਚੌਧਰੀ ਕਰਕੇ. ਉਹ ਕਿਵੇਂ ਸਰ? ਆ ਕੇ ਉਰੇ ਬਹਿੰਦਾ ਸੀ, ਅੱਡਾ ਬਣਾਇਆ ਹੋਇਆ ਸੀ 1-2 ਜਗ੍ਹਾ 'ਚ. ਐਂਡ ਹੀ ਵਾਜ਼ ਸਾਡੇ ਖਿਲਾਫ ਵਰਕ ਕਰ ਰਿਹਾ ਸੀ. ਇਹ ਸਾਰਾ ਜਿਹੜੀ ਸਕੀਮ ਬਣੀ ਹੈ ਚੌਧਰੀ ਤੋਂ ਬਣੀ ਹੈ. ਰਾਜਸਥਾਨ ਦੇ ਲੀਡਰ ਦੀ ਕੀ ਜ਼ਰੂਰਤ ਹੈ ਕਿ ਬਿਨਾਂ ਹਾਈ ਕਮਾਂਡ ਦੇ ਇਸ਼ਾਰੇ ਤੋਂ ਬਹਿ ਗਿਆ? ਬਿਕਾਜ਼ ਹੀ ਵਾਜ਼ ਦ ਬਲੂ ਆਈਡ ਬॉय. ਉਹਨਾਂ ਦਾ ਬਲੂ ਆਈਡ ਬॉय ਸੀ.
ਜਿਹੜੇ ਕੁਝ ਰਾਜੀਵ ਕਰਦਾ ਸੀ ਰਾਹੁਲ ਕਰਦਾ ਸੀ ਇਹਨੂੰ ਕਹਿ ਕੇ ਪੁੱਛ ਕੇ ਕਰਦਾ ਸੀ। ਇਹ ਦੋਨੋਂ ਬੱਚਿਆਂ ਦੇ ਇਹਦੇ ਵਿੱਚ ਸੀਗੀ ਦਾ ਹੱਥ ਸੀ ਇਹਨਾਂ 'ਚ। ਐਸਾ ਕੀ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀਗਾ ਇਹਨਾਂ ਦੋਨੋਂ ਬੱਚਿਆਂ ਵੱਲੋਂ ਕਿ ਤੁਸੀਂ ਜਾ ਕੇ ਕਰਨਾ ਹੈ? ਚੇਂਜ ਇਨ ਪੰਜਾਬ ਇਹਨਾਂ ਨੂੰ ਦੱਸਿਆ ਹੋਇਆ ਸੀ ਕਿ ਅਮਰਿੰਦਰ ਸਿੰਘ ਕਦੇ ਵੀ ਜਿੱਤ ਨਹੀਂ ਸਕਦਾ ਪੰਜਾਬ ਨੂੰ, ਤੁਹਾਨੂੰ ਨਵੀਂ ਲੀਡਰਸ਼ਿਪ ਲਿਆਉਣੀ ਪਊਗੀ। ਇਹ ਹਰੀਸ਼ ਚੌਧਰੀ ਨੇ ਕਿਹਾ ਸੀ ਜਾਂ ਪ੍ਰਸ਼ਾਂਤ ਕਿਸ਼ੋਰ ਦਾ? ਪ੍ਰਸ਼ਾਂਤ ਕਿਸ਼ੋਰ, ਹਰੀਸ਼ ਚੌਧਰੀ, ਦੇ ਆਰ ਆਲ ਵਨ, ਇੱਕ ਗਰੁੱਪ ਸੀ ਸਾਰੇ। ਤੁਸੀਂ ਇੰਨੇ ਸਿਆਸਤ ਦੇ ਮਾਹਿਰ ਹੋ, ਤੁਸੀਂ ਪ੍ਰਸ਼ਾਂਤ ਕਿਸ਼ੋਰ ਨੂੰ ਇੱਥੇ ਆਪਣਾ ਐਡਵਾਈਜ਼ਰ ਲਾਇਆ, ਤੁਹਾਨੂੰ ਉਦੋਂ ਪਤਾ ਨਹੀਂ ਲੱਗਿਆ ਸੀ ਕਿ ਇਹ ਬੰਦਾ ਤੁਹਾਨੂੰ ਖਰਾਬ ਕਰ ਸਕਦਾ ਹੈ? ਨਾਟ ਰੀਅਲੀ। ਉਹ ਤਾਂ ਬਾਅਦ 'ਚ ਮੇਰੇ ਨਾਲ ਉਹਨੇ ਪਿਛਲੀ ਇਲੈਕਸ਼ਨ ਦਾ ਸਾਡਾ ਐਡਵਾਈਜ਼ਰ ਸੀ, ਅਸੀਂ ਜਿੱਤੇ। ਇਸ ਵੇਲੇ ਫਿਰ ਉਹਨੇ ਕਿਹਾ ਕਿ ਮੈਂ ਤੁਹਾਡੇ ਆਈ ਵਾਂਟ ਟੂ ਵਰਕ ਫॉर ਯੂ। ਤਾਂ ਮੈਂ ਕਿਹਾ ਤੁਸੀਂ ਸਾਡਾ ਇਹ ਉਹਨਾਂ ਨੇ ਤੁਹਾਨੂੰ ਕਿਹਾ ਸੀ ਵੀ ਮੈਨੂੰ ਅਪਾਇੰਟ ਕਰੋ? ਹਾਂ, ਸੋ ਹੀ ਵਾਂਟਸ ਟੂ ਬੀ ਐਡਵਾਈਜ਼ਰ। ਮੈਂ ਕਿਹਾ ਜ਼ਰੂਰ। ਮੈਂ ਐਡਵਾਈਜ਼ਰ ਉਹਦੇ ਨਹੀਂ ਬਣਾਤਾ ਸੀ ਐਡਵਾਈਜ਼ਰ ਟੂ ਮੀ। ਐਂਡ ਉਸ ਤੋਂ ਬਾਅਦ ਫਿਰ ਕੁਛ ਇਹਨਾਂ ਦੀ ਅੰਡਰਸਟੈਂਡਿੰਗ ਕਿਤੇ ਹੋਰ ਸਟੇਟਾਂ ਨਾਲ ਹੋਣ ਲੱਗੀ। ਕੁਛ ਸੋਚਣ ਲੱਗਿਆ ਸੀ ਕਿ ਮੈਂ ਹੁਣ ਬਿਹਾਰ ਦਾ ਲੀਡਰ ਹੋਊਂਗਾ ਜਾਂ ਕੁਛ ਹੋਊਂਗਾ। ਹੀ ਸਟਾਰਟਡ ਡੂਇੰਗ ਥੀਸ ਥਿੰਗਸ ਵਿੱਚ ਹੀ ਕਾਂਗਰਸ ਦੇ ਨਾਲ ਮੀਟਿੰਗਸ ਕਰਦਾ ਰਿਹਾ। ਸੋ ਉਦੋਂ ਉਹਨੇ ਆਪ ਹੀ ਕਹੀ ਕਿ ਮੈਨੂੰ ਤੁਸੀਂ ਹਟਾ ਦਿਓ ਫਰਮ ਐਡਵਾਈਜ਼ਰ। ਸੋ ਮੈਨੂੰ ਪਤਾ ਸੀ ਉਦੋਂ ਕਿ ਕੁਝ ਕਰਨ ਲੱਗਿਆ, ਸੋ ਮੈਂ ਹਟਾਤਾ। ਤੁਹਾਨੂੰ ਲੱਗਦਾ ਹੈ ਕਿ ਹਰੀਸ਼ ਚੌਧਰੀ ਤੋਂ ਇਲਾਵਾ ਪ੍ਰਸ਼ਾਂਤ ਕਿਸ਼ੋਰ ਦੀ ਹਾਈ ਕਮਾਂਡ ਨੂੰ ਇਹ ਰਾਏ ਸੀਗੀ ਕਿ ਕੈਪਟਨ ਸਾਹਿਬ ਨੂੰ ਹਟਾਓ? could be because ਮੇਰੇ ਉਸ ਤੋਂ ਮੈਨੂੰ ਤਾਂ ਕਹਿੰਦਾ ਨਹੀਂ, ਮੈਨੂੰ ਮੇਰੇ ਉਸ ਤੋਂ ਬਾਅਦ ਹੀ ਸੇਇੰਗ ਨੋ, ਬਟ ਸਾਡੀ ਇਨਫੋਰਮੇਸ਼ਨ ਹੈ ਕਿ ਉਹਨਾਂ ਨੇ ਵੀ ਕਿਹਾ। ਤੇ ਕਿਆ ਹਰੀਸ਼ ਚੌਧਰੀ ਦੀ ਇੰਨੀ ਜ਼ਿਆਦਾ ਹਾਈ ਕਮਾਂਡ 'ਚ ਚੱਲਦੀ ਹੈ ਕਿ ਉਹਨਾਂ ਨੇ ਤੁਹਾਡਾ ਸੈਕਰੀਫਾਈਸ ਕਰਨਾ? ਆਈ ਥਿੰਕ ਸੋ। ਉਹਨਾਂ ਨੂੰ ਕੋਈ ਗਵਾਰਾ ਨਹੀਂ ਸੀ? ਆਈ ਥਿੰਕ ਦੇਖੋ, ਇੱਕ ਟਾਈਮ ਹੁੰਦਾ ਸੀ ਕਿ ਤੁਹਾਡੇ ਕੋਲ ਪ੍ਰਾਈਮ ਮਿਨਿਸਟਰ ਕੋਲ ਬਹੁਤ ਏਬਲ ਐਡਵਾਈਜ਼ਰ ਹੁੰਦੇ ਸੀ। ਹੁਣ ਐਡਵਾਈਜ਼ਰ ਕੌਣ ਹੈ ਇਹਨਾਂ ਦਾ? ਵੇਨੂਗੋਪਾਲ, ਉਹ ਹਰਿਆਣੇ ਵਾਲਾ ਰਣਦੀਪ ਸੁਰਜੇਵਾਲਾ, ਅਜੇ ਮਾਕਨ, और कौन है? मल्लिकार्जुन खड़गे बेचारा वो तो ਉਹਨੂੰ ਵਰਤਦੇ ਰਹਿੰਦੇ ਨੇ। ਉਹ ਇੱਧਰ ਭੇਜ ਦਿਓ, ਉੱਧਰ ਭੇਜ ਦਿਓ, ਬਸ ਉਹੀ ਕੰਮ ਕਰਦੇ ਨੇ। ਜਾਂ ਐਂਟਨੀ ਹੁਣ ਚਾਰ ਵਾਰ ਮੈਂ ਪੁੱਛਣਾ ਚਾਹੁੰਦਾ ਐਜ਼ ਅ ਡਿਫੈਂਸ ਮੈਨ, 4 times you have been defense minister of India, why didn't you upgrade the aircrafts of the air force ਜਾਂ army ਦੇ artillery ਜਾਂ tanks ਵਗੈਰਾ ਤੁਸੀਂ ਕਿਉਂ ਨਹੀਂ ਵਧਾਏ? ਕਦੇ ਤੁਸੀਂ ਉਹਨਾਂ ਦੇ ਮੂੰਹ ਤੇ ਮਿਲੇ ਹੋ ਤਾਂ ਇਹ ਗੱਲ ਤੁਸੀਂ ਉਹਨਾਂ ਨੂੰ ਕਹੀ ਕਦੀ ਜਦੋਂ ਉਹ ਸਰਵਿੰਗ ਡਿਫੈਂਸ ਮਿਨਿਸਟਰ ਹੋਣ? ਨੋ, ਅਨਫੋਰਚੂਨੇਟਲੀ ਮੈਂ ਡਿਫੈਂਸ ਕਮੇਟੀ ਦਾ ਪਾਰਲੀਮੈਂਟ ਦਾ ਮੈਂਬਰ ਹਾਂ ਨਾ। ਉਹ ਮੈਂ ਠੋਕਦਾ ਸੀ ਉੱਥੇ ਜਿਹੜੇ ਆਉਂਦੇ ਸੀ, ਜਿਹੜੇ ਅਦਰ ਪੀਪਲ, ਬਿਕੋਜ਼ ਯੂ ਨੋ ਇਹ ਬੜੀ ਅਜੀਬ ਗੱਲ ਹੈ। ਬੜਾ ਉੱਥੇ ਇਟਸ ਅ ਵੈਰੀ ਸੀਰੀਅਸ ਕਮੇਟੀ ਆਫ ਡਿਫੈਂਸ। ਵਾਈਸ ਚੀਫ ਡਾਊਨਵਰਡ ਸਾਰੇ ਉੱਥੇ ਹੁੰਦੇ ਨੇ ਬੈਠੇ, ਆਰਮੀ ਦੇ, 에ਅਰ ਫੋਰਸ ਐਂਡ ਅਦਰਸ। ਯੂ ਹੈਵ ਨੋਬਡੀ, ਦ ਡਿਫੈਂਸ ਮਿਨਿਸਟਰ ਡਜ਼ਨਟ ਕਮ। ਇੱਕ ਕਮੇਟੀ ਦਾ ਮੈਂਬਰ ਚੇਅਰਮੈਨ ਹੈ, ਉਹ ਸਾਡੇ ਟਾਈਮ 'ਚੋਂ ਜਨਰਲ ਸਾਹਿਬ ਸੇ ਜਿਹੜੇ ਬੀਜੇਪੀ ਦੇ ਫਰੋਮ ਉੱਤਰਾਂਚਲ, ਹੀ ਵਾਜ਼ ਦੀ ਚੇਅਰਮੈਨ। ਮੈਂ ਉਹਨਾਂ ਦੇ ਨਾਲ ਬੈਠਾ ਹੁੰਦਾ ਸੀ। ਐਂਡ ਹੂ ਡੂ ਯੂ ਥਿੰਕ ਯੂਜ਼ ਟੂ ਕਮ ਇਨ ਗਵਰਨਮੈਂਟ ਵੱਲੋਂ? ਜਾਂ ਤਾਂ ਕੋਈ ਡਿਪਟੀ ਸੈਕਟਰੀ ਜਾਂ ਕੋਈ ਜੁਆਇੰਟ ਸੈਕਟਰੀ, ਉਹੀ ਆਉਂਦਾ ਸੀ ਇੱਕ ਬੰਦਾ। ਸਾਰੀ ਹਿੰਦੁਸਤਾਨ ਦੀ ਫੌਜ ਸਭ ਕੁਝ ਉੱਥੇ ਬੈਠੇ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਹੂ ਆਰ ਯੂ? ਹੀ ਸੈਡ ਆਈ ਐਮ ਜੁਆਇੰਟ ਸੈਕਟਰੀ ਔਰ ਸਮਥਿੰਗ। ਆਈ ਸੈਡ ਵੇਅਰ ਇਜ਼ ਯੋਰ ਸੈਕਟਰੀ, ਵੇਅਰ ਇਜ਼ ਯੋਰ ਐਡੀਸ਼ਨਲ ਸੈਕਟਰੀ? ਆਈ ਸੈਡ ਦਿਸ ਇਜ਼ ਦ ਪਾਰਲੀਮੈਂਟਰੀ ਕਮੇਟੀ ਐਂਡ ਹੀ ਇਜ਼ ਦ ਚੇਅਰਮੈਨ and there's the whole army sitting here. Why have you come? Where are your other people? It was a meeting I remember on ammunition. मैं क्या, okay, now tell me what is the state of the ammunition? The बाकी except for general, even though he was an engineer, basics था उन्होंने पता सी, बाकी किसी ने नहीं पता सी। कहने sir we have 52 types of ammunition. I said which 52 types? Tell me first. And then I said what about the rifle ammunition which is coming and all? He said, sir, it will take us for all ammunitions to be totally ready. ਇਹ ਸਾਨੂੰ 20 ਸਾਲ ਹੋਰ ਲੱਗ ਜਾਣਗੇ। ਮੈਂ ਕਿਹਾ ਵੰਡਰਫੁਲ, ਆਈ ਵਿਲ ਟੈਲ ਦ ਚਾਈਨੀਜ਼ ਐਂਡ ਆਈ ਵਿਲ ਟੈਲ ਦ ਪਾਕਿਸਤਾਨ ਕਿ 20 ਸਾਲ ਤੱਕ ਸਾਨੂੰ ਛੱਡ ਦਿਓ ਜੀ, ਤੁਸੀਂ ਲੜਾਈ ਨਾ ਕਰੋ ਸਾਡੇ ਨਾਲ। ਮੈਂ ਕਿਹਾ ਦਿਸ ਇਜ਼ ਦ ਟਾਈਪ ਆਫ ਸਿਚੁਏਸ਼ਨ। ਇਨ 1962 I heard the same thing, that we are short of ammunition, and now in 2002 I'm hearing the same thing, we are short of ammunition, another 20 years to make up. क्या मखौल बना रखी है ਤੁਸੀਂ ਕਿਤੇ? That is what I'm saying. Why was the situation like that? What was Mr. Antony doing? ਤੁਸੀਂ ਕਦੀ ਯੂਪੀਏ ਪ੍ਰੈਜ਼ੀਡੈਂਟ ਨੂੰ ਨਹੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਾਡੀ ਆਰਮੀ ਨੂੰ ਕਿੱਥੇ ਲੈ ਕੇ ਜਾ ਰਹੇ ਹੋ? LOC ਉਧਰ ਈਸਟਰਨ ਬਾਰਡਰ ਸਾਰਾ ਡਿਸਟਰਬ ਹੈ ਔਰ ਇਹ ਸਿਰਫ ਮੀਟਿੰਗਾਂ ਤੱਕ ਹੀ ਗੱਲ ਮੁੱਕ ਜਾਂਦੀ ਹੈ। ਨਹੀਂ, ਅਨਫੋਰਚੂਨੇਟਲੀ ਅਸੀਂ ਵੀ ਨੈਵਰ ਹੈਡ ਅ ਡਿਸਕਸ਼ਨ ਔਨ ਦਿਸ। ਕਦੇ ਰੱਖਦੇ ਨਹੀਂ ਸੀ ਡਿਫੈਂਸ ਮਿਨਿਸਟਰ। ਮੇਬੀ ਇਟ ਵਾਜ਼ ਅ ਕੁਐਸਚਨ ਆਫ ਕਿ ਇਟ ਵੁੱਡ ਬੀ ਐਮਬੈਰਸਿੰਗ ਦੀ ਗਵਰਨਮੈਂਟ ਜਾਂ ਕੁਛ ਇਹ ਕਰਨੀ ਚਾਹੀਦੀ ਸੀ। It should have been done at the seniority of the Prime Minister and the Congress President. लेकिन कदे भी ये गल मीटिंग नहीं on defence matters other than Defence Committee कदे discussion नहीं हुई। कांग्रेस जिस दौर चों हुण गुजर रही है,
ਤੁਸੀਂ ਗਏ, ज्योतिरादित्य सिंधिया गए, गुलाम नबी आजाद चले गए, G23 ऑलरेडी खड़ा है, हुण राजस्थान च अशोक गहलोत और सचिन पायलट चो पता नहीं कौन रहेगा कौन नहीं जाएगा। एक कांग्रेस ये निकल सकती है इस चो या नहीं बाहर? Why have you allowed G20? देखो G20 is a very senior thing। ਹੁਣ ਉੱਥੋਂ ਨਿਕਲ ਕੇ ਫਰਸਟ੍ਰੇਸ਼ਨ ਮੈਨੂੰ ਵੀ ਐਡਵਾਈਸ ਇਨਵਾਈਟ ਕੀਤਾ ਸੀ ਜਦੋਂ ਮੈਂ ਛੱਡਿਆ। ਮੈਂ ਕਿਹਾ ਜੀ ਜਾਣਦੇ ਹੋ ਤੁਸੀਂ ਤਾਂ ਘਰ ਬਹਿ ਕੇ ਉੱਥੇ ਗੱਲਾਂ ਕਰਦੇ ਹੋ, ਅਨਲੈਸ ਯੂ ਗੈਟ ਇਨਟੂ ਦ ਫੀਲਡ ਯੂ ਵਿਲ ਨੈਵਰ ਸਕਸੀਡ। ਸੋ ਤੁਸੀਂ ਐਂਡ ਮੈਨੂੰ ਕਹਿੰਦੇ ਸੀ ਤੁਸੀਂ ਆ ਕੇ ਮੈਂਬਰ ਬਣ ਜਾਓ। ਮੈਂ ਕਿਹਾ ਨੋ, ਆਈ ਡੂ ਮਾਈ ਓਨ ਥਿੰਗ। ਦਿਸ ਇਜ਼ ਇੱਕ ਨਿਕਲਿਆ ਗੁਲਾਮ ਨਬੀ ਸੀਨੀਅਰ ਕਾਂਗਰਸਮੈਨ ਮੇਰੇ ਤੋਂ। ਮੈਂ ਤਾਂ 1969 ਜੁਆਇਨ ਕੀਤਾ, ਉਸ ਤੋਂ ਪਹਿਲਾਂ ਦੇ ਹੀ ਵਾਸ ਆਈ ਥਿੰਕ ਯੂਥ ਕਾਂਗਰਸ ਪ੍ਰੈਜ਼ੀਡੈਂਟ ਆਲਸੋ, ਰਾਈਟ, ਇਫ ਆਈ ਰਿਮੈਂਬਰ, ਐਂਡ ਵੈਰੀ ਏਬਲ ਮੈਨ, ਬੜੇ ਕੇਪੇਬਲ ਮੈਨ। ਉਹਨੂੰ ਕੱਢਤਾ ਤੁਸੀਂ। ਹੂ ਆਰ ਦ G23? ਦੇ ਆਰ ਆਲ ਸੀਨੀਅਰ ਪੀਪਲ ਆਫ ਕਾਂਗਰਸ। ਕਿਉਂ ਕੱਢਤਾ ਤੁਸੀਂ ਉਹਨਾਂ ਨੂੰ? ਪਾਸੇ ਕਰਤਾ। ਇਹ ਰੱਖੇ ਆ ਚਾਰ ਜਿਹੜੇ ਜਮੂਰੇ ਜੇ ਨੇ ਇਹਨਾਂ ਦੇ, ਜਿਹੜੇ ਇਹ ਕੰਮ ਕਰੀ ਜਾਂਦੇ ਨੇ ਇੱਥੇ। ਦੀਜ਼ ਆਰ ਦ 4 ਪੀਪਲ। ਆ ਕੈਨ ਦੇ ਐਡਵਾਈਜ਼ ਯੂ ਟੈਲ ਮੀ? ਕਾਂਗਰਸ ਪ੍ਰੈਜ਼ੀਡੈਂਟ ਹੁਣ ਉਹਨਾਂ ਦੀ ਉਮਰ ਹੋ ਗਈ ਕੁਛ, ਨਾਲੇ ਉਹਨਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ। ਬੱਚੇ ਚਲਾ ਰਹੇ ਨੇ ਇਹਨਾਂ ਦੀ ਐਡਵਾਈਸ ਤੇ ਕੀ ਹੋਊਗਾ ਕਾਂਗਰਸ ਦਾ? ਤੁਹਾਨੂੰ ਕਾਂਗਰਸ 'ਚ ਕੋਈ ਐਸਾ ਬੰਦਾ ਲੱਗਦਾ ਹੈ ਜਿਹੜਾ ਉਹਨਾਂ ਨੂੰ ਪੁਰਾਣੇ ਮੋੜ 'ਚ ਪਾ ਸਕਦਾ ਹੈ ਜਾਂ ਹਲੇ ਕੋਈ ਨਹੀਂ ਦਿਖ ਰਿਹਾ? ਪੁਰਾਣੇ ਮੋੜ ਤਾਂ ਜਾਣਾ ਨਹੀਂ, ਅਸੀਂ ਮਾਡਰਨ ਮੋੜ 'ਚ ਜਾਣਾ। ਤੂੰ ਦੇਖਿਆ ਤਾਈਵਾਨ ਦੇ ਵਿੱਚ ਕੀ ਹੋ ਰਿਹਾ ਹੈ, ਅਦਰ ਪਲੇਸਿਸ ਕੀ ਸਿਚੁਏਸ਼ਨ। ਵੀ ਹੈਵ ਟੂ ਲੁੱਕ ਐਟ ਦ ਵਰਲਡ ਗਲੋਬਲੀ ਨਾਓ, ਔਰ ਗਲੋਬਲੀ ਵਾਸਤੇ ਇਹਨਾਂ ਦੇ ਵਿੱਚ ਕੋਈ ਨਹੀਂ ਹੈ। ਆਈ ਟੈਲ ਯੂ, ਡਾਕਟਰ ਮਨਮੋਹਨ ਸਿੰਘ ਵਾਜ਼ ਵੈਰੀ ਫਾਈਨ ਮੈਨ, ਬਟ ਉਹਨਾਂ ਦੀ ਉਮਰ ਹੋ ਗਈ ਹੁਣ ਬਹੁਤ। ਹੋਰ ਕੋਈ ਹੈ ਨਹੀਂ ਇਹਨਾਂ ਕੋਲ। ਦੱਸੋ ਕਿਹੜਾ ਇੱਕ ਬੰਦਾ ਦੱਸੋ। ਫਿਊਚਰ ਕੀ ਦਿਖਦਾ ਤੁਹਾਨੂੰ? ਕੁਝ ਨਹੀਂ ਹੋਣਾ। ਨਥਿੰਗ। ਕਾਂਗਰਸ ਰਾਹੁਲ ਪ੍ਰਿਯੰਕਾ ਕਾਂਗਰਸ ਜਿਹੜੀ ਐਡਵਾਈਸ ਇਹਨਾਂ ਦੇ ਗ੍ਰੈਂਡਮਦਰ ਕੋਲ ਹੁੰਦੀ ਸੀ ਹੁਣ ਹੈ PN ਹਕਸਰ, TN ਕੌਲ, ਇਹ ਸਾਰੇ ਐਮੀਨੈਂਟ ਲੋਕ ਸੀ ਉੱਥੇ। ਜਿਹੜੀ ਐਡਵਾਈਸ ਉਹਨਾਂ ਦੀ ਐਡਵਾਈਸ ਤੇ ਇੰਦਰਾ ਜੀ ਚੱਲਦੇ ਸੀ, ਨਾਟ ਦਿਸ। ਆ ਚਾਰ ਜਿਹੜੇ ਬੰਦੇ ਮੈਂ ਤੁਹਾਨੂੰ ਨੋਟ ਕੀਤੇ ਨੇ, ਇਹ ਹੁਣ ਐਡਵਾਈਜ਼ਰਸ ਨੇ। ਕੀ ਕਰ ਲੈਣਗੇ ਦੱਸੋ? ਯੂ ਵਿਲ ਰਨ ਕੰਟਰੀ ਦਿਸ ਵੇ। ਤੁਹਾਡੀ ਗੁਲਾਮ ਨਬੀ ਆਜ਼ਾਦ ਸਾਹਿਬ ਨਾਲ ਗੱਲ ਹੁੰਦੀ ਹੈ ਜਦੋਂ? No, but I will certainly speak to him. I will, if he wants me to go into Kashmir, मैं जाऊँगा ना, subject to our party agreeing. But अगर साड़ी पार्टी agree करती है कि जाके उत्थे कुछ करो, मैं जरूर जाऊँगा। ਰਾਜਸਥਾਨ 'ਚ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਦੀ ਸਰਕਾਰ ਬਚ ਪਾਏਗੀ ਜਾਂ ਨਹੀਂ? ਇਹ ਤਾਂ ਰੱਬ ਹੀ ਜਾਣਦਾ। ਜਿਸ ਤਰੀਕੇ ਨਾਲ ਇਹਨਾਂ ਦਾ ਕੰਮ ਚੱਲ ਰਿਹਾ ਹੈ ਉਹ ਰੱਬ ਰਾਖਾ ਹੀ ਹੈ। ਦੇਖੋ, there is nothing, ਕੁਛ ਨਹੀਂ ਮੈਂ ਕਹਿ ਸਕਦਾ ਕਿ ਇਹ ਬਚੇਗੀ ਜਾਂ ਨਹੀਂ ਬਚੇਗੀ। there is nobody to handle it। ਕੌਣ ਹੈਂਡਲ ਕਰ ਰਿਹਾ? ਤੁਸੀਂ ਮਿਸਟਰ, ਅੱਜ ਅਖਬਾਰ 'ਚ ਮੈਂ ਦੇਖਿਆ ਮਿਸਟਰ ਐਂਟਨੀ ਦੀ ਤਸਵੀਰ। ਹੀ ਇਜ਼ ਬੀਨ ਕਾਲਡ ਟੂ ਐਡਵਾਈਸ। ਮਿਸਟਰ ਖਰਗੇ ਇਜ਼ ਬੀਂਗ ਸੈਂਟ, ਉਧਰ ਜਾਓ ਜੀ, ਵਾਪਸ ਆਓ ਜੀ, ਫਲਾਣੇ। ਇਜ਼ ਦਿਸ ਅ ਵੇ ਟੂ ਡੂ ਥਿੰਗਸ? ਲੈਟ ਅਸ ਸੀ ਹਾਊ ਇਟ ਗੋਜ਼। ਲੇਕਿਨ ਮੈਨੂੰ ਭਾਰਤ ਜੋੜ ਯਾਤਰਾ ਪਹਿਲਾਂ ਤਾਂ ਰਾਜਸਥਾਨ ਹੀ ਜੋੜ ਲੈਣ, ਹੋਰ ਤਾਂ ਛੱਡੋ ਤੁਸੀਂ ਭਾਰਤ ਨੂੰ। ਕਿ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰ ਰਹੇ ਹੈ ਤੇ ਉਹਨਾਂ ਦੀ ਕਾਂਗਰਸ ਟੁੱਟਦੀ ਜਾ ਰਹੀ ਹੈ। ਸੈਡ ਪਾਰਟ, ਇਟ ਇਜ਼ ਹਿਸਟਰੀ। ਦੇਖੋ, ਐਂਡ ਇਟ ਵਾਜ਼ ਅ ਨੈਸ਼ਨਲ ਪਾਰਟੀ ਦੈਟ ਬ੍ਰੌਟ ਦ ਫਰੀडम ਐਂਡ ਆਲ ਦੈਟ। ਲੇਕਿਨ ਹੁਣ ਤਾਂ ਜਿਸ ਤਰੀਕੇ ਨਾਲ ਚੱਲਿਆ ਤਾਂ ਬਿਲਕੁਲ ਦਿਸ ਇਜ਼ ਹੈਜ਼ ਬੀਨਸ ਦੀ ਪਾਰਟੀ ਬਣ ਗਈ ਹੈ, ਬਿਲਕੁਲ ਪਿੱਛੇ ਰਹਿ ਗਈ। ਕਿਆ ਗਾਂਧੀ ਪਰਿਵਾਰ ਤੋਂ ਇਲਾਵਾ ਕਾਂਗਰਸ ਨੂੰ ਕੋਈ ਰਨ ਨਹੀਂ ਕਰ ਸਕਦਾ? ਦੇਖ ਲਓ, ਹੁਣ ਨਵਾਂ ਪ੍ਰਧਾਨ ਬਣਾ ਰਹੇ ਨੇ, ਕਿਹਨੂੰ ਬਣਾਉਣਗੇ ਆਈ ਡੋਂਟ ਨੋ। ਗਹਿਲੋਤ ਵੀ ਲੱਗਿਆ ਹੋਇਆ ਹੈ ਹੁਣ। ਉਹਨਾਂ ਨੇ ਅੱਜ ਕਹਿਤਾ ਮੈਂ ਨਹੀਂ ਲੜੂੰਗਾ। ਅੱਛਾ, ਦਿਗਵਿਜੇ ਜੀ ਵੀ ਆ ਗਏ ਐਂਡ ਸ਼ਸ਼ੀ ਥਰੂਰ ਵੀ ਆ ਗਏ। ਸ਼ਸ਼ੀ ਥਰੂਰ ਇਜ਼ ਅ ਗੁੱਡ ਮੈਨ, ਦਿਗਵਿਜੇ ਜੀ ਇਜ਼ ਅ ਗੁੱਡ ਮੈਨ। ਇਹ ਠੀਕ ਨੇ, ਪਰ ਇਹਨੂੰ ਬਣਾਉਣਾ ਨਹੀਂ, ਬਿਕੋਜ਼ ਦਿਗਵਿਜੇ ਜੀ ਦੀ ਆਪਣੀ ਲਾਈਨ ਰਹੀ ਹੈ, ਸ਼ਸ਼ੀ ਦੀ ਆਪਣੀ ਲਾਈਨ ਰਹੀ ਹੈ। ਦੇ ਵੋਂਟ ਮੇਕ ਹਿਮ। ਚਾਹੁੰਦੇ ਨੇ ਕਿ ਇਹੋ ਜਿਹਾ ਬੰਦਾ ਅਗਰ ਅਸੀਂ ਆਪਣੇ ਟੱਬਰ ਚੋਂ ਨਹੀਂ ਬਣਾਉਣਾ, ਫਿਰ ਇਹੋ ਜਿਹਾ ਕੋਈ ਹੋਏ ਜਿਹੜਾ ਸਾਡੇ ਟੱਬਰ ਨਾਲ ਹੀ ਚੱਲੇ। ਗਾਂਧੀ ਪਰਿਵਾਰ ਇਹ ਨਹੀਂ ਚਾਹੁੰਦਾ ਕਿ ਸਾਡੇ ਕੰਟਰੋਲ ਤੋਂ ਬਾਹਰ ਦੇ ਬੰਦੇ ਦੇ ਹੱਥ ਪਾਰਟੀ ਦੀ ਕਮਾਂਡ ਜਾਏ। ਐਗਜ਼ੈਕਟਲੀ। ਉਹ ਕੌਣ ਹੋ ਸਕਦਾ ਅਗਰ ਇਹਨਾਂ ਨੇ ਆਪਣੇ ਬੰਦੇ ਦੇ ਹੱਥ ਦੇਣੀ ਹੋਏ? ਮੈਨੂੰ ਦੱਸੋ ਕਿਹੜਾ ਕਿਸੇ ਨੂੰ ਉੱਠਣ ਦਿੱਤਾ ਇਹਨਾਂ ਨੇ? ਜਿਹੜਾ ਥੋੜਾ ਇੰਡੀਪੈਂਡੈਂਟ ਹੋਣ ਲੱਗਿਆ ਉਹਨੂੰ ਕੱਢਤਾ ਬਾਹਰ। ਤਾਂ ਸਾਰੇ ਰੱਖੇ ਨੇ ਉਹੀ ਆਹੀ ਚਾਰ ਚਲਾਉਂਦੇ ਨੇ ਬਸ। ਹੋਰ ਕੌਣ ਦੱਸੋ? ਯੂ ਟੈਲ ਮੀ ਹੂ ਇਜ਼ ਦੇਅਰ। ਗਹਿਲੋਤ ਇਜ਼ ਅ ਨਾਈਸ ਮੈਨ, ਇਹਦੇ 'ਚ ਕੁਛ ਨੁਕਸ ਨਹੀਂ। ਮੇਰੇ ਨਾਲ ਮੇਰੇ ਸਾਥੀ ਰਹੇ ਨੇ, I won't say anything bad about him। ਬਘੇਲ ਜੀ ਬਸ ਇਕੱਲੇ ਰਹਿ ਜਾਣਗੇ ਉੱਥੇ ਛੱਤੀਸਗੜ੍ਹ। ਅਗਲੀ ਇਲੈਕਸ਼ਨ ਉਹ ਵੀ ਸਾਫ਼ ਹੋ ਜੂ। ਸੋ ਯੂ ਵੋਂਟ ਹੈਵ ਐਨੀ ਕਾਂਗਰਸ ਪਾਰਟੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵੀ ਜਨਰੇਸ਼ਨ ਬਦਲ ਰਹੀ ਹੈ, ਕਮਿਊਨੀਕੇਸ਼ਨ ਦਾ ਸਿਸਟਮ ਬਦਲ ਰਿਹਾ ਹੈ, ਪਾਰਟੀਆਂ ਨੂੰ ਵੀ ਬਦਲਣਾ ਪਏਗਾ। ਲੇਕਿਨ ਕਾਂਗਰਸ 'ਚ ਤਾਂ ਪੁਰਾਣੇ ਚਿਹਰੇ ਨਵੇਂ ਚਿਹਰਿਆਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ। ਕਰੈਕਟ। ਐਂਡ ਮੇਨਲੀ ਲੀਡਰਸ਼ਿਪ ਦਾ ਫੈਸਲਾ ਹੈ। ਲੀਡਰਸ਼ਿਪ ਹੈਜ਼ ਟੂ ਡਿਸਾਈਡ ਕਿ ਨਵੀਂ ਜਨਰੇਸ਼ਨ ਕਿਹੜੀ ਆਏਗੀ। ਇੰਦਰਾ ਜੀ ਬਹੁਤ ਇੰਡੀਪੈਂਡੈਂਟ। ਜਦ ਮੈਂ ਜੁਆਇਨ ਕੀਤੀ ਹੈ ਨਾ, ਮੈਂ ਪਹਿਲੀ ਇਲੈਕਸ਼ਨ 'ਚ ਪਾਰਲੀਮੈਂਟ 'ਚ ਆਇਆ, ਮੇਰੇ ਨਾਲ ਅਹਿਮਦ ਪਟੇਲ ਸੀ, ਪਾਇਲਟ ਸੀ, ਰਾਜੇਸ਼, ਇਹ ਲੈ ਕੇ ਆਏ। ਹੁਣ ਕਿਹਨੂੰ ਦੱਸੋ ਕਿਹਨੂੰ ਲੈ ਕੇ ਆਏ ਨੇ? ਉਹ ਜਨਰੇਸ਼ਨ ਤਾਂ ਹੁਣ ਬਜ਼ੁਰਗਾਂ ਦੀ ਹੋ ਗਈ, ਉਹ ਵੀ ਵਿਚਾਰੇ ਗਏ। ਅਹਿਮਦ ਇਜ਼ ਨੋ ਲੋਂਗਰ ਵਿਦ ਅਸ। ਉਹ ਵੀ ਆਰਿਫ ਮੁਹੰਮਦ ਖਾਨ, ਉਹ ਵੀ ਸਾਡੇ ਨਾਲ ਜੁਆਇਨ ਕੀਤਾ ਸੀ। ਅਨਫੋਰਚੂਨੇਟ ਹੈ ਕਿ ਕਾਂਗਰਸ ਪਾਰਟੀ ਹੁਣ, ਬਿਲੀਵ ਮੀ,
मैं इसलिए नहीं कह रहा कि मैं कांग्रेस पार्टी छड़ी है, ਇਹਨਾਂ ਦਾ ਕੋਈ ਫਿਊਚਰ ਨਹੀਂ। ਦਿਸ ਇਜ਼ ਦੇ ਹੈਡ ਇਟ। ਤੁਹਾਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਨੂੰ 2024 ਤੱਕ ਹੋਰ ਚਾਂਸ ਦੇਣਾ ਚਾਹੀਦਾ ਹੈ ਕੋਈ, ਕਿ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਪ੍ਰੋਜੈਕਟ ਕਰਕੇ ਚੁਣਾਵ ਲੜਿਆ ਜਾਏ? ਲੱਗਦਾ 2 ਚਾਂਸ ਹੋ ਚੁੱਕੇ ਉਹਨਾਂ ਦੇ। ਇਹ ਤਾਂ ਕਾਂਗਰਸ ਦੀ ਆਪਣੀ ਮਰਜ਼ੀ ਹੈ, ਜਿਹਨੂੰ ਮਰਜ਼ੀ ਉਹ ਬਣਾ ਲੈਣ। ਆਈ ਕਾਂਟ ਕਮੈਂਟ, ਮੇਬੀ ਐਕਸਪੀਰੀਅੰਸ ਦੇ ਵਿੱਚ ਨਾਲ ਉਹ ਬਦਲ ਜੇ। ਆਈ ਕਾਂਟ ਸੇ। 2017 ਚ ਮੈਂ ਤੁਹਾਨੂੰ ਇੰਟਰਵਿਊ ਕੀਤਾ ਤੇ ਤੁਸੀਂ ਕਿਹਾ ਸੀ ਕਿ ਹਲੇ ਹੋਰ ਉਹਨਾਂ ਨੂੰ ਟਾਈਮ ਹੈ ਉਹਨਾਂ ਕੋਲ, ਪਰ ਹੁਣ ਤਾਂ ਮੈਂ ਪੁੱਛ ਸਕਦਾ ਨਾ ਕਿ 7 ਸਾਲ ਬਾਅਦ 6 ਸਾਲ ਬਾਅਦ। ਮੈਂ ਤੁਹਾਨੂੰ ਇਹਦੇ ਨਾਲ ਹੀ ਮੁਕਾ ਦੇਣਾ। ਦੱਸਾਂ, ਤੁਸੀਂ ਕੰਪੇਅਰ ਕਰ ਲਓ ਰਾਜੀਵ ਗਾਂਧੀ ਐਂਡ ਮਿਸਟਰ ਮੋਦੀ। You tell me what is the difference? You have to have a leader of the party. Leader of the party is of the government is Mr. Modi, and there is no comparison. Rahul Gandhi can never compare with Mr. Modi. ਕਰ ਸਕਦੇ ਨੇ ਨਾਲ। And similarly ਜਿਹੜੇ ਹੋਰ ਵੀ ਉੱਥੇ people like Nada Sahab is the president of the party. They work together. ਬੜਾ cohesive ਦਾ system ਹੈ work ਕਰਨ ਦਾ। ਬਟ ਇਹ ਤਾਂ ਨਹੀਂ ਕਰ ਸਕਦਾ ਉਹਨਾਂ ਨੂੰ ਮੈਚ। ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਤੁਹਾਡੀ ਰਾਏ ਦੇ ਮੁਤਾਬਿਕ 2024 ਚ ਨਰਿੰਦਰ ਮੋਦੀ ਨੂੰ ਕੋਈ ਖਤਰਾ ਨਹੀਂ ਹੈ ਕਾਂਗਰਸ? ਨੋ, ਨਾਟ ਐਟ ਆਲ। 100% ਬੀਜੇਪੀ ਦਾ ਦੁਬਾਰਾ ਆਏਗੀ, ਐਂਡ ਪੰਜਾਬ ਵਿੱਚ ਵੀ ਆਉਗੀ। ਪੰਜਾਬ ਚ ਕਿਵੇਂ? ਅਸੈਂਬਲੀ ਦੇ ਵਿੱਚ ਡੈਫੀਨਿਟਲੀ ਆਏਗੀ। ਹੁਣ ਬੀਜੇਪੀ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਕਾਂਗਰਸ ਨਾਲ? ਨਹੀਂ, ਆਮ ਆਦਮੀ ਪਾਰਟੀ ਮੈਂ ਕਿਆ ਕਰਦਾ, ਉਹ ਝੱਖੜ ਆਉਂਦਾ ਨਾ ਗਰਮੀਆਂ ਕਦੇ ਕਦੇ ਅਪ੍ਰੈਲ ਮਈ ਦੇ ਵਿੱਚ, ਇਹ ਝੱਖੜ ਹੀ ਹੈ ਇੱਕ ਕਿਸਮ ਦਾ। ਇਹਨੂੰ ਸਮਰ ਸਟੋਰਮ ਕਹਿੰਦੇ ਨੇ। ਇਹ ਤਾਂ ਆਇਆ ਗਿਆ, ਇਹ ਤਾਂ ਲੋਕਾਂ ਨੇ ਦੇਖ ਲਿਆ, ਕਾਂਗਰਸ ਦੇਖ ਲਈ, ਅਸੀਂ ਇਹ ਦੇਖ ਲਿਆ, ਫਲਾਣਾ ਦੇਖ ਲਿਆ, ਚਲੋ ਇਹਨਾਂ ਨੂੰ ਮੌਕਾ ਦੇ ਦਿਓ। ਹੁਣ ਇਹਨਾਂ ਨੇ ਤਾਂ ਆਪਣੇ ਆਪ ਨੂੰ 6 ਮਹੀਨਿਆਂ 'ਚ ਇਹਨਾਂ ਨੇ ਆਪਣਾ ਸਮਾਪਤੀ ਕਰ ਲਈ। ਐਂਡ ਨਾਓ ਦੀ ਨੈਕਸਟ ਸਟੇਜ ਇਜ਼ ਬੀਜੇਪੀ, ਐਂਡ ਦੈਟ ਇਜ਼ ਵਾਈ ਅੱਜ ਤੁਸੀਂ ਦੇਖੋ ਜੋ ਇਨਫੋਰਮੇਸ਼ਨ ਸਾਨੂੰ ਆਉਂਦੀ ਹੈ ਪਿੰਡਾਂ 'ਚੋਂ, there is a movement towards BJP also. ਪੰਜਾਬ 'ਚ ਬੀਜੇਪੀ ਔਰ ਅਕਾਲੀ ਦਲ ਦਾ ਇੱਕ ਰੂਰਲ ਔਰ ਅਰਬਨ ਵੋਟਰ ਦਾ ਇੱਕ ਅਲਾਈਅੰਸ ਰਿਹਾ ਆਪਸ 'ਚ। ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਰੂਰਲ ਵੋਟਰ 'ਚ ਉਹ ਕੰਮ ਕਰ ਪਾਏਗੀ ਜੋ ਅਕਾਲੀ ਦਲ ਕਰਦਾ ਰਿਹਾ? ਯੈਸ, ਵਾਈ ਨਾਟ। ਇੱਕ ਟਾਈਮ ਹੁੰਦਾ ਸੀ, ਇਕੱਠੇ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ ਔਰ ਸਾਰੀ ਲੀਡਰਸ਼ਿਪ ਆ ਬੀਜੇਪੀ, ਐਂਡ ਆਪਣੀਆਂ ਸੀਟਾਂ ਸ਼ਹਿਰੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਥੋੜ੍ਹੀ ਬਹੁਤੀ ਦੇ ਦਿੰਦੇ, ਹੁਣ ਆਪਣਾ ਉਧਰ ਪੂਰਾ ਬਣਾ ਲੈਣਾ। ਟਾਈਮ ਹੁਣ ਬਦਲ ਗਿਆ। ਅਗਰ ਅਕਾਲੀ ਦਲ ਦੀ ਸਪੋਰਟ ਹੁੰਦੀ ਪਿੰਡਾਂ ਦੇ ਵਿੱਚ ਤਾਂ ਫਿਰ 2 ਸੀਟਾਂ ਕਿਉਂ ਆਉਣੀਆਂ ਸੀ ਉਹਨਾਂ ਦੀਆਂ? ਅਕਾਲੀ ਦਲ ਇਜ਼ ਆਲਸੋ ਲੂਜ਼ਿੰਗ ਗਰਾਊਂਡ ਫਾਸਟ। ਇਸ ਟਾਈਮ ਦੈਟ ਬੀਜੇਪੀ ਵਿਲ ਇਮਰਜ, ਆਪਣੇ ਤੌਰ ਤੇ ਹੀ ਉੱਠਣਗੇ। ਆਈ ਐਮ ਨਾਟ ਗੋਇੰਗ ਟੂ ਮੇਕ ਦ ਹੋਲ ਚੇਂਜ। ਕੋਈ ਇੱਕ ਬੰਦੇ ਨਾਲ ਕੋਈ ਚੇਂਜ ਨਹੀਂ ਆਉਂਦੀ, ਲੇਕਿਨ ਮੇਰੇ ਕਿਸਮ ਦੇ ਬੰਦੇ ਕਾਂਗਰਸ ਤੋਂ ਜਾਂ ਹੋਰ ਪਾਰਟੀਆਂ ਤੋਂ ਤੁਸੀਂ ਦੇਖਣਾ ਬੜੇ ਜੁੜਨਗੇ ਨਾਲ। ਕਾਂਗਰਸ ਔਰ ਅਕਾਲੀ ਦਲ ਇੱਕੋ ਹੀ ਪ੍ਰੋਬਲਮ ਨਾਲ ਜੂਝ ਰਹੇ ਹੈ, ਜਿਹੜਾ ਮਤਲਬ ਬਾਦਲ ਪਰਿਵਾਰ ਔਰ ਗਾਂਧੀ ਪਰਿਵਾਰ ਵਾਲਾ ਜਿਹੜਾ? ਅਕਾਲੀ ਦਲ is a different organization. ਉਹ ਰੀਜਨਲ ਰਹੀ ਹੈ, ਬੜੀ ਖਾਸ ਰਹੀ ਹੈ, ਐਂਡ with the SGPC ਸਪੋਰਟ ਵਗੈਰਾ। ਤਾਂ ਹੀ ਔਖੇ ਨੇ ਇਸ ਵੇਲੇ ਕਿ ਹਰਿਆਣਾ ਕੈਸੇ ਬਣ ਗਿਆ, ਗੁਰਦੁਆਰਾ ਇਲੈਕਸ਼ਨ ਉੱਥੇ ਕੈਸੇ ਬਣ ਗਈਆਂ ਨੇ। ਦੇ ਆਰ ਬੀਜੇਪੀ, ਇਹਨਾਂ ਨੂੰ ਅਕਾਲੀ ਦਲ ਨੂੰ ਤਾਂ ਪਸੰਦ ਨਹੀਂ ਇਹ ਕੰਮ, ਬਿਕੋਜ਼ ਸੋ ਦੈਟ ਵਾਜ਼ ਦ ਸਪੋਰਟ ਬੇਸ ਜਿਹੜਾ ਮਿਲਦਾ ਸੀ। SGPC ਤੋਂ ਬੜੀ ਸਪੋਰਟ ਮਿਲੀ ਸੀ ਇਹਨਾਂ ਨੂੰ। ਬਟ ਦੇ ਆਰ ਨਾਓ ਦ ਸਿਚੁਏਸ਼ਨ, ਇਹ ਵੀ ਨਹੀਂ ਆਪਾਂ ਭੁੱਲ ਸਕਦੇ ਕਿ 1922 ਦੀ ਪਾਰਟੀ ਹੈ, 3 ਜਨਰੇਸ਼ਨਸ ਹੋ ਗਈਆਂ ਨੇ, तो इनके सारा ख़त्म हो जाऊगा। दैट इज़ नॉट सो। दे विल हैव द बेस, कितने ना कितने बेस होगा, लेकिन इस लीडरशिप ते तेरे किंतु परंतु हो रहा। एंड मैनू बड़े अकाली मिले ने, देव कम हियर एंड सीन मी, और वो भी मैनू कहते हैं कि जी असी नीयत की इस लीडरशिप नाल चल सकते। अगर अकाली दल बादल परिवार तो बाद अपनी प्रेजिडेंटशिप ले आंदा है तो क्या कैप्टन अमरिंदर सिंह बीजेपी नाल अलायंस करन लई पैरवी करनगे? आई डोंट थिंक वी नीड टू ब्रिंग अकाली दल ਨੂੰ ਲਿਆਉਣ ਦਾ ਫਾਇਦਾ ਕੀ ਹੈ ਸਾਨੂੰ? ਅਸੀਂ ਆਪ ਹੀ ਕਰ ਲਾਂਗੇ ਜਿਹੜਾ ਕੁਝ ਅਕਾਲੀ ਦਲ ਕਰਦੇ ਨੇ। ਵੀ ਆਰ ਪਲੈਂਟੀ ਆਫ ਪੀਪਲ। ਹਾਲੇ ਤਾਂ ਸ਼ੁਰੂਆਤ ਹੋਈ ਹੈ, ਲੋਕਾਂ ਨੂੰ ਜੋੜਨ ਦਿਓ ਸਾਨੂੰ ਫਰੋਮ ਦ ਪਿੰਡਾਂ ਦੇ ਵਿੱਚੋਂ ਔਰ ਸ਼ਹਿਰਾਂ ਦੇ ਵਿੱਚੋਂ। ਸਿੱਖ ਜਿਹੜੀ ਜਗਤ ਹੈ ਉਹਨਾਂ ਨੂੰ ਜੋੜੀਏ। ਲੈਟ ਅਸ ਸੀ ਐਂਡ ਯੂ ਵਿਲ ਸੀ ਲੋਕ ਬੜੇ ਉੱਠ ਕੇ ਆਉਣਗੇ। ਤੁਹਾਡੀ ਰਾਏ ਦੇ ਮੁਤਾਬਿਕ ਪੰਜਾਬ 'ਚ ਬੀਜੇਪੀ ਨੂੰ ਅਕਾਲੀ ਦਲ ਨਾਲ ਅਲਾਇੰਸ ਦਾ ਫਾਇਦਾ ਨਹੀਂ? ਉਹ ਜ਼ਮਾਨਾ ਗਿਆ, ਮੈਂ ਤਾਂ ਉਦੋਂ ਸੀ, ਉਦੋਂ ਉਹਨਾਂ ਦੇ ਨਾਲ ਹੀ ਸੀ ਉਦੋਂ ਜਦੋਂ ਇਹ ਜ਼ਮਾਨਾ ਸੀ। ਤੁਹਾਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਠੀਕ ਹੈ ਸਿੰਕ ਕੀਤਾ ਹੈ, ਲੇਕਿਨ ਇੱਕ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਹੈ ਉਹ ਪਰਮਾਨੈਂਟ ਹੈ? ਉਹ ਵੋਟ ਬੈਂਕ ਇੰਨੀ ਜਲਦੀ ਭੱਜਦਾ ਨਹੀਂ ਅਕਾਲੀ ਦਲ ਤੋਂ। ਤੁਹਾਨੂੰ ਇਹ ਦੱਸਿਆ ਕਿ 1922 ਦੀ ਇਹ ਜਮਾਤ ਹੈ ਔਰ 1922 ਤੋਂ ਦੇ ਹੈਵ ਇਹਨਾਂ ਦੇ 3 ਜਨਰੇਸ਼ਨਸ ਆ ਗਈਆਂ ਨੇ। ਸੋ ਕੁਛ ਉਹਨਾਂ ਦੀ ਲੋਕਾਂ ਦੇ ਵਿੱਚ ਫੀਲਿੰਗ ਹੈ, ਉਹ ਟ੍ਰੈਡੀਸ਼ਨਲ ਫੈਮਿਲੀਜ਼ ਜੋ ਹੈ ਉਹ ਨਹੀਂ ਜਾਏਗੀ। जैसे कांग्रेस 127 साल की जमात है, कई कांग्रेस फैमिलीज कांग्रेस आफ्टर कांग्रेस से रही ने, वो जमात डेड नहीं हो सकती लेकिन डाउन जा सकती है। बिकॉज जो कई लोग ने ਜਿਹੜੇ नहीं जानना चाहते वाई इज कांग्रेस लूजिंग आउट सो बैडली,
ਬਿਲਕੁਲ ਇਹਨਾਂ ਦਾ ਸਫਾਇਆ ਹੋਗਾ। ਕਿੰਨੀ ਸੀਟਾਂ ਆਈਆਂ ਯੂਪੀ ਵਿੱਚ? 2 ਐਤਕੀ। ਇਨ ਸੱਚ ਸੀਟ ਜਿੱਥੇ 400 ਕੁਝ ਸੀਟਾਂ ਨੇ ਤੁਸੀਂ 2 ਸੀਟਾਂ ਲਿਆਓ, ਕੀ ਰਹਿ ਗਿਆ ਤੁਹਾਡਾ ਉੱਥੇ? ਮੰਨ ਲਈਏ ਕਿ ਪ੍ਰਿयंका ਨੂੰ ਕਮਾਨ ਦੇ ਦਿੱਤੀ ਜਾਂਦੀ ਹੈ, ਤੁਹਾਨੂੰ ਲੱਗਦਾ ਕੋਈ ਚੇਂਜ ਆਏਗਾ? ਇੱਕ ਬੰਦਾ ਕੁਝ ਇਹਨੇ ਚੇਂਜਸ ਨਹੀਂ ਲਾ ਸਕਦਾ। ਨਾਓ ਆਈ ਵਿਸ਼ ਅ ਵੈਲ, ਇਹ ਜੀ ਮੇਰੇ ਜੈਸੇ ਬੱਚਿਆਂ ਵਾਂਗੂ ਹੈ, ਬਟ ਆਈ ਡੋਂਟ ਥਿੰਕ ਦੈਟ ਇਹਨਾਂ ਨਾਲ ਦੇਰ ਵਿਲ ਬੀ ਐਨੀ ਚੇਂਜ। ਕੋਈ ਵੇ ਆਊਟ ਤੁਹਾਨੂੰ ਦਿਖ ਨਹੀਂ ਰਿਹਾ? नो, नॉट विद दिस। द सिस्टम ऑफ फंक्शनिंग इज अहिजा ऑटोक्रैटिक सिस्टम है, और वो ऑटोक्रैटिक सिस्टम ਦੇ ਵਿੱਚ ਨਹੀਂ, ਇਟਸ ਨਾਟ ਅ ਡੈਮੋਕ੍ਰੈਟਿਕ ਸਿਸਟਮ ਜਿੱਥੇ ਹੋਤੇ। ਪੰਜਾਬ 'ਚ ਬੀਜੇਪੀ ਨੂੰ ਚਾਹੇ ਉਹ SYL ਹੋਏ, ਚਾਹੇ ਕਿਸਾਨ ਐਜੀਟੇਸ਼ਨ ਆ ਗਿਆ, ਚਾਹੇ ਗੁਰਦੁਆਰਿਆਂ ਦੀ ਵੰਡ ਆ ਗਿਆ, ਜਾਂ ਫਿਰ ਜਿਹੜੇ ਸਿੱਖ ਜੇਲ੍ਹਾਂ 'ਚ ਬੰਦ ਆ ਉਹਨਾਂ ਨੂੰ ਰਿਹਾ ਨਾ ਕਰਨ ਕਰਕੇ, ਇਹ ਬੀਜੇਪੀ ਬਹੁਤ ਕੋਸ਼ਿਸ਼ ਕਰਦੀ ਹੈ, ਪਰ ਇਹ ਕੋਈ ਨਾ ਕੋਈ ਵਜ੍ਹਾ ਬਣ ਜਾਂਦੀ ਹੈ ਜਿਹੜਾ ਸਿੱਖਾਂ ਦੇ ਮਨ 'ਚ ਇੱਕ ਵਾਰੀ ਫੇਰ ਗੱਲ ਆ ਜਾਂਦੀ ਹੈ ਕਿ ਕਿਆ ਸੈਂਟਰ ਗਵਰਨਮੈਂਟ ਸਾਡੇ ਨਾਲ ਹੈ ਜਾਂ ਨਹੀਂ। ਇਹ ਕਨਫਰੰਟੇਸ਼ਨ ਕਿੱਦਾਂ ਦੂਰ ਹੋਏਗੀ ਔਰ ਤੁਹਾਡੇ ਵੀ ਚੈਲੰਜ ਕੈਨ ਬੀ ਡਨ। ਦੇਖੋ ਸਿੱਖਾਂ ਦੇ ਵਿੱਚ ਨਾਓ ਟੇਕ ਜਿਹੜੇ ਲੋਕ ਆਪਣੇ ਜੇਲ੍ਹਾਂ 'ਚ ਬੈਠੇ ਨੇ, ਕਿਉਂ ਬੈਠੇ ਨੇ ਜੇਲ੍ਹ 'ਚ? ਵੀ ਹੈਵ ਅ ਲਾਅ ਇਨ ਦਿਸ ਕੰਟਰੀ, ਔਰ ਕੰਟਰੀ ਦੇ ਲਾਅ ਕਾਨੂੰਨ ਕਹਿੰਦਾ ਹੈ ਕਿ 14 ਸਾਲ ਤੋਂ ਜ਼ਿਆਦਾ ਤੁਸੀਂ ਕਿਸੇ ਨੂੰ ਰੱਖ ਨਹੀਂ ਸਕਦੇ। ਉੱਥੇ ਅਗਰ ਕੋਈ 20 ਸਾਲ ਦਾ ਬੈਠਾ, 25 ਸਾਲ ਦਾ ਬੈਠਾ, ਕਿਉਂ ਬੈਠਾ ਉੱਥੇ? ਵੇਅਰ ਇਜ਼ ਦਿਸ ਲਾਅ ਗੋਨ? ਵੇਅਰ ਇਜ਼ ਦ ਸਿਸਟਮ ਆਫ ਦ ਜੇਲਸ ਵਰਕਿੰਗ? ਜੇਲਰ ਜਿਹੜੀ ਜੇਲ ਡਿਪਾਰਟਮੈਂਟ ਹੈ, ਦੇ ਹੈਵ ਟੂ ਸੀ ਕਿ ਸਾਡੇ ਕੋਲ ਕਿਹੜੇ ਕੈਦੀ ਨੇ, ਕਿੰਨੀ ਉਹਨਾਂ ਨੂੰ ਸਜ਼ਾ ਹੋਈ ਹੈ, ਔਰ ਕਿੰਨੇ ਤੁਸੀਂ ਜਿਹੜੀ ਸਜ਼ਾ ਕੱਟ ਗਏ ਨੇ ਉਹਨਾਂ ਬੈਠਣ ਦਾ ਮਤਲਬ ਕੀ ਹੈ? ਦੇ ਸ਼ੁੱਡ ਬੀ ਆਊਟ। ਅਦਰਵਾਈਜ਼ ਕਾਨੂੰਨ ਕੀ ਹੈ ਮੁਲਕ ਦੇ ਵਿੱਚ? ਤੇ ਤੁਸੀਂ ਇਹ ਪੈਰਵੀ ਕਿਉਂ ਨਹੀਂ ਕਰਦੇ? ਅਕਾਲੀ ਦਲ ਵੀ ਕਹਿੰਦਾ ਤੁਸੀਂ ਸੈਂਟਰ ਗਵਰਨਮੈਂਟ ਤੇ ਬਣਾਓ ਨਾ ਪ੍ਰੈਸ਼ਰ, ਹੁਣ ਤਾਂ ਤੁਸੀਂ ਨਾਲ ਹੋ ਬੀਜੇਪੀ। ਮੈਂ ਜ਼ਰੂਰ ਬਣਾਉਂਗਾ। ਆਈ ਐਮ ਓਨਲੀ, ਮੈਂ ਤਾਂ ਥੋੜਾ ਜਿਹਾ ਐਕਟਿਵ ਹੋ ਜਾ, ਫਿਰ ਮੈਂ ਜ਼ਰੂਰ ਘੁੰਮੂਗਾ ਇਸ 'ਚ। 6 ਮਹੀਨੇ ਦੀ ਸਰਕਾਰ ਹੈ ਔਰ ਉਹਦਾ ਕੈਂਪੇਨ ਹੈ ਆਮ ਆਦਮੀ ਪਾਰਟੀ ਦਾ ਕਿ ਸਾਡਾ ਕੰਮ ਬੋਲਦਾ ਹੈ। ਕਿਹੜਾ ਕੰਮ? ਉਹ ਕਹਿੰਦੇ ਜੀ ਅਸੀਂ ਮੁਹੱਲਾ ਕਲੀਨਿਕ ਖੋਲਤੇ ਹੈ 100, ਅਸੀਂ ਬੱਤੀ ਫ੍ਰੀ ਕਰਤੀ 600 ਯੂਨਿਟ, ਅਸੀਂ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ ਲੈ ਆਂਦੇ। ਫਿਰ ਅਗਰ ਆਹੀ ਗੱਲ 26,000 ਨੌਕਰੀਆਂ ਦੇਤੀਆਂ। 26,000 ਦੇਖੋ, ਕਦੇ ਪੋਲੀਟੀਸ਼ੀਅਨ ਐਗਜ਼ੈਜਰੇਟ ਤਾਂ ਜ਼ਰੂਰ ਕਰਦੇ ਨੇ, ਲੇਕਿਨ ਇਹ ਜਿਹਾ ਐਗਜ਼ੈਜਰੇਸ਼ਨ ਕਰਨੀ ਕਿ ਅਸੀਂ 26,000 ਨੌਕਰੀਆਂ ਦੇਤੀਆਂ, ਫਲਾਣਾ ਕਰਤਾ, ਟਿਮਕਾ ਕਰਤਾ, ਇਹ ਤਾਂ ਸਭ ਕੁਝ ਐਸੇ ਹੀ ਹੈ। ਪਤਾ ਲੱਗ ਜੂਗਾ ਇਹਨਾਂ ਨੂੰ ਜਦ ਚੋਣਾਂ ਹੋਣਗੀਆਂ। 6 ਮਹੀਨੇ ਹੋਏ ਨੇ ਨਾ, 6 ਮਹੀਨੇ 'ਚ ਉਹਨਾਂ ਦਾ ਭੋਗ ਪੈਣ ਲੱਗਿਆ। ਹੁਣ ਇਹਨਾਂ ਨੂੰ ਕਰਨੀ ਪਈ ਕੌਨਫੀਡੈਂਸ ਮੋਸ਼ਨ ਇਨ ਵਿਧਾਨ ਸਭਾ। 6 ਮਹੀਨੇ ਹੋਰ ਦੇਖ ਲਓ, ਇਹਨਾਂ ਦਾ ਜਿਹੜੇ ਥੋੜਾ ਬਹੁਤਾ ਉਹ ਨਿਕਲ ਜੂ ਸਭ ਕੁਝ। ਤੁਹਾਨੂੰ ਲੱਗਦਾ ਹੈ ਕਿ ਕੌਨਫੀਡੈਂਸ ਲਿਆਉਣ ਦੀ ਕੋਈ ਲੋੜ ਸੀ ਵਿਧਾਨ ਸਭਾ 'ਚ? ਕੀ ਲੋੜ ਹੈ? ਜਦ 6 ਮਹੀਨੇ ਹੋਏ ਨੇ ਤੁਹਾਡੇ, ਜਾਂ ਤਾਂ 3 ਸਾਲ ਹੋ ਗਏ ਜਾਂ 4 ਸਾਲ ਤੇ ਜਾ ਰਹੇ ਹੋ, ਤੁਹਾਨੂੰ ਯੂ ਫੀਲ ਕਿ ਲੈਕ ਆਫ ਕੌਨਫੀਡੈਂਸ। 6 ਮਹੀਨੇ ਹੋਏ ਨੇ ਤੁਹਾਨੂੰ, ਔਰ ਤੁਸੀਂ ਪਹਿਲਾਂ ਹੀ ਡਰੇ ਬੈਠੇ ਹੋ ਕਿ ਅਸੀਂ ਕੌਨਫੀਡੈਂਸ ਲਈਏ ਜੀ। ਉਹ ਕਹਿੰਦੇ ਤੁਹਾਡੀ ਪਾਰਟੀ ਆਪਰੇਸ਼ਨ ਲੋਟਸ ਚਲਾ ਰਹੀ ਹੈ। ਨੋ ਆਈ ਡੋਂਟ ਬਿਲੀਵ ਦੈਟ। ਇਹ ਤਾਂ ਸਭ ਬਕਵਾਸ ਹੈ। ਦੇयर नो ਲੋਟਸ ਸ਼ੇਅਰ। 25 ਕਰੋੜ ਰੁਪਏ ਕਹਿੰਦੇ ਆਫਰ ਹੋ ਰਿਹਾ ਹੈ ਲੋਟਸ ਨੂੰ। ਪਹਿਲਾਂ ਇਹ ਦੱਸੋ, ਫਿਰ ਲੋਟਸ ਅਗਰ ਬੀਜੇਪੀ ਚਲਾ ਰਹੀ ਹੈ, ਫਿਰ ਲੋਟਸ ਦਾ ਸਿੰਬਲ ਕਿਉਂ ਦੇਣਗੇ? ਦੱਸਣਾ ਦੁਨੀਆ ਨੂੰ ਕਿ ਅਸੀਂ ਕਰ ਰਹੇ ਹਾਂ। ਉਹ ਕਹਿੰਦੇ ਸਾਡੇ MLAs ਨੇ ਦੱਸਤਾ। ਕੀ MLA ਨੇ ਕਿ ਸਾਨੂੰ ਬੀਜੇਪੀ ਵਾਲਿਆਂ ਦੇ ਫੋਨ ਆ ਰਹੇ। ਇੱਕ ਪਠਾਨ ਮਾਜਰਾ ਕਹਿੰਦਾ ਮੈਨੂੰ 100 ਕਰੋੜ ਆਫਰ ਹੋਇਆ। ਅਗਰ 100 ਕਰੋੜ ਇਹਨੂੰ ਆਫਰ ਹੁੰਦਾ ਨਾ, ਉਹਨੂੰ ਕਦੇ ਦਾ ਭੱਜ ਕੇ ਕਿਤੇ ਉਹਨੇ ਚਲੇ ਜਾਣਾ ਸੀਗਾ। ਇੱਕ ਹੋਰ ਕਹਿੰਦੇ ਨੇ ਕਿ ਸਾਨੂੰ 25 ਕਰੋੜ। ਸਭ ਨੌਨਸੈਂਸ ਇਸ ਬਕਵਾਸ। ਡੂ ਯੂ ਥਿੰਕ ਕਿ ਬੱਚਿਆਂ ਦੀ ਪਾਰਟੀ ਹੈ ਬੀਜੇਪੀ? ਡੂ ਯੂ ਥਿੰਕ ਇਸ ਤਰੀਕੇ ਅਗਰ ਉਹਨਾਂ ਨੇ ਕੋਈ ਗੜਬੜ ਵੀ ਕਰਨੀ ਹੈ ਤੇ ਇਸ ਤਰੀਕੇ ਨਾਲ ਕਰੇਗੀ? ਮੇਰੀ ਪਾਰਟੀ ਹੈ ਹੁਣ। ਇਫ ਆਈ ਹੈਡ ਟੂ ਡੂ ਸਮਥਿੰਗ, ਤੁਹਾਡਾ ਖਿਆਲ ਮੈਂ ਦੁਨੀਆ ਨੂੰ ਦੱਸ ਕੇ ਕਰੂੰਗਾ ਜਿਹੜਾ ਕੁਝ ਕਰੂੰਗਾ? ਆਮ ਆਦਮੀ ਪਾਰਟੀ ਦਾ ਔਰ ਕਾਂਗਰਸ ਦਾ ਇੱਕ ਬੜਾ ਜ਼ਬਰਦਸਤ ਕੈਂਪੇਨ ਹੈ ਬੀਜੇਪੀ ਦੇ ਖਿਲਾਫ ਕਿ ਬੀਜੇਪੀ ਨਫ਼ਰਤ ਫੈਲਾ ਰਹੀ ਹੈ, ਖਾਸ ਕਰਕੇ ਮੁਸਲਿਮ ਸਮਾਜ ਨੂੰ ਲੈ ਕੇ ਬੀਜੇਪੀ ਨਫ਼ਰਤ ਵਧਾ ਰਹੀ ਹੈ। ਆਪਾਂ ਸਾਰੇ ਦੇਖਦੇ ਹਾਂ, ਆਪਾਂ ਸਾਰੇ 180 ਮਿਲੀਅਨ ਮੁਸਲਿਮ ਹਿੰਦੁਸਤਾਨ ਦੇ ਵਿੱਚ, ਬਹੁਤ ਵੱਡੀ ਤਾਦਾਦ ਦੇ ਵਿੱਚ ਨੇ। ਦੇ ਆਰ ਆਲ ਸਿਟੀਜ਼ਨਸ ਆਫ ਦ ਕੰਟਰੀ। ਬੀਜੇਪੀ ਵਿਲ ਨੈਵਰ ਇਹੋ ਜਿਹੀ ਗੱਲ ਹਾਲਾਤ ਨਹੀਂ ਕਰਨਗੇ ਜਿਹਦੇ ਨਾਲ 18 ਕਰੋੜ ਮੁਸਲਮਾਨਾਂ ਨੂੰ ਤੁਸੀਂ ਉਹਨਾਂ ਦੇ ਖਿਲਾਫ ਜਾਓ। ਜਿਸ ਦਿਨ ਮੈਂ ਜੁਆਇਨ ਕੀਤਾ ਦਿੱਲੀ ਦੇ ਵਿੱਚ, ਇੱਕ ਵੱਡਾ ਕਮਰਾ ਹਾਲ ਜਿਹਾ ਤਾਂ ਮੁਸਲਮਾਨਾਂ ਦਾ ਹੀ ਭਰਿਆ ਹੋਇਆ ਸੀ। ਮੈਂ ਤਾਂ ਨਹੀਂ ਬੁਲਾਇਆ ਕਿਦੋਂ, ਆਪਣੇ ਆਪ ਹੀ ਆ ਗਏ ਮੈਨੂੰ ਦੇਖਣ ਵਾਸਤੇ। ਟੂ ਮੀ ਵੈਰੀ ਆਲਸੋ ਸਰਪ੍ਰਾਈਜ਼ਿੰਗ ਕਿ ਨਾਰੇ ਮਾਰ ਰਹੇ ਸੀ। ਆਪਾਂ ਬਹੁਤ ਕੁਝ ਸੁਣਦੇ ਹਾਂ, ਕਿੰਨੀ ਰਿਐਲਿਟੀ ਹੈ ਕਿੰਨੀ ਨਹੀਂ ਰਿਐਲਿਟੀ ਹੈ ਕਾਂਟ ਸੇ। ਸਾਰੇ ਸਾਡੀ ਲੀਡਰਸ਼ਿਪ ਇਜ਼ ਵੈਰੀ ਮੈਚੁਰ ਲੀਡਰਸ਼ਿਪ ਐਂਡ 18 ਕਰੋੜ ਬੰਦਿਆਂ ਨੂੰ ਡਿਸਟਰਬ ਨਹੀਂ ਕਰਨਗੇ। ਦੈਟ ਆਈ ਡੋਂਟ ਬਲੀਵ। ਤੁਹਾਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਚੀਫ ਮਿਨਿਸਟਰ ਬਣਾਇਆ ਗਿਆ ਕਾਂਗਰਸ ਵੱਲੋਂ, ਲੇਕਿਨ ਚੰਨੀ ਸਾਹਿਬ ਇਲੈਕਸ਼ਨ ਹਾਰਦੇ ਹੀ ਪੰਜਾਬ ਤੋਂ ਛੱਡੋ ਦੇਸ਼ ਚੋਂ ਹੀ ਗਾਇਬ ਹੋ ਗਏ। ਉਹਨੂੰ ਪੁੱਛੋ, ਆਈ ਡੋਂਟ ਨੋ ਵੇਅਰ ਹੀ ਇਜ਼। ਕਹਿੰਦੇ ਕਿ ਅਮਰੀਕਾ ਬੈਠਾ। ਨਹੀਂ ਬੈਠਾ ਅਮਰੀਕਾ, ਲੇਕਿਨ ਤੁਹਾਡੀ ਪਾਰਟੀ ਨੇ ਉਹਨਾਂ ਦੇ ਖਿਲਾਫ ED ਇਨਵੈਸਟੀਗੇਸ਼ਨ ਇਨੀਸ਼ੀਏਟ ਕੀਤੀ ਸੀ ਤੇ ਤੁਹਾਡੀ ਪਾਰਟੀ ਕਿਉਂ ਢਿੱਲੀ ਪੈ ਗਈ ਹੁਣ? ਮੈਨੂੰ ਕੀ ਪਤਾ ਕਿ ਇਨਵੈਸਟੀਗੇਸ਼ਨ ਕੀਤੀ ਸੀ। ਮੈਂ ਤਾਂ ਆਪ ਸਰਜਰੀ ਦੇ ਵਾਸਤੇ ਗਿਆ ਹੋਇਆ ਸੀ। ਮੇਰਾ ਕੰਟੈਕਟ ਹਿੰਦੁਸਤਾਨ ਨਾਲ 3 ਮਹੀਨੇ ਰਿਹਾ ਨਹੀਂ। ਹੁਣ ਤੇ ਕੰਟੈਕਟ ਹੈ ਸਰ ਤੁਹਾਡਾ। ਮਾਈਨਿੰਗ ਦਾ ਸਾਰਾ ਰਿਕਾਰਡ ਤੁਹਾਡੇ ਕੋਲ, ED ਕੋਲ ਸਾਰੀਆਂ ਚੀਜ਼ਾਂ
ਉਹਨਾਂ ਦਾ ਭਤੀਜਾ ਸਣੇ ਪੈਸਿਆਂ ਫੜਿਆ ਗਿਆ, ਉਹ ਦੱਸ ਚੁੱਕਿਆ ਹੈ। ਤੇ ਇਹ ਸਿਰਫ ਡਰਾਉਣ ਲਈ ਇਨਵੈਸਟੀਗੇਸ਼ਨ ਹੀ ਅੱਗੇ ਵੀ ਵਧੇ। ਇਨਵੈਸਟੀਗੇਸ਼ਨਸ ਹੁੰਦੀਆਂ ਨੇ ਜਦੋਂ ਕਿਸੇ ਨੂੰ ਪਕੜਦੇ ਨੇ, ਵੈਨ ਦੀ ਡਿਪਾਰਟਮੈਂਟ ਜਾਣਦਾ ਹੈ ਕਿ ਇਹਦੇ ਵਾਸਤੇ ਸਾਡੇ ਕੋਲ ਵੀ ਹੈਵ ਗੋਟ ਪੱਕਾ ਐਵੀਡੈਂਸ, ਜਦੋਂ ਪੱਕੀ ਐਵੀਡੈਂਸ ਹੋਏ ਫਿਰ ਫੜ ਲੈਣਗੇ। ਨਾਓ ਕੁਐਸਚਨ ਇਜ਼ ਨਾਟ ਓਨਲੀ ਮਿਸਟਰ ਚੰਨੀ, ਬਥੇਰੇ ਮਿਸਟਰ ਚੰਨੀਜ਼ ਨੇ ਇੱਥੇ ਇਹ ਕਾਂਗਰਸ ਦੇ ਵਿੱਚ। ਤੁਹਾਡੀ ਗੱਲਾਂ ਸੁਣ ਕੇ ਲੱਗਦਾ ਕਿਸੇ ਨੂੰ ਵੀ ਫੜ ਲਓ। ਇਹ 6 ਪਤਾ ਨਹੀਂ ਕਿੰਨੀ ਸਰਕਾਰ ਨਹੀਂ ਉਹਦੀ, 6 ਮਹੀਨੇ ਦੀ ਸਰਕਾਰ 'ਚ ਕਿੰਨੀ ਲੁੱਟਮਾਰ ਹੋਈ ਹੈ। ਤੁਸੀਂ ਐਜ਼ ਅ ਜਰਨਲਿਸਟ ਯੂ ਨੋ ਕਿੰਨਾ ਕੁਛ ਟਰਾਂਸਫਰ, ਪੋਸਟਿੰਗ 'ਚ ਪੈਸੇ, ਸਭ ਕੁਝ। ਮੈਂ ਕਦੇ ਆਈ ਨੈਵਰ, ਮੇਰੇ 4 ਸਾਲ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਹੋਇਆ ਜੋ ਇਹਨਾਂ ਨੇ 6 ਮਹੀਨੇ 'ਚ ਕਾਂਗਰਸ ਨੇ ਕਰਤਾ। ਇਹਦਾ ਮਤਲਬ ਜੋ ਵਿਜੀਲੈਂਸ ਫੜ ਰਹੀ ਹੈ ਉਹ ਠੀਕ ਫੜ ਰਹੀ ਹੈ। ਇਹ ਤਾਂ ਹੁਣ ਵਿਜੀਲੈਂਸ ਹੀ ਆਪ ਹੀ ਦੱਸੂਗੀ ਕਿ ਉਹਨਾਂ ਦੇ ਕੋਲ ਐਵੀਡੈਂਸ ਕੀ ਹੈ। ਪਰ ਅਗਰ ਮੈਂ ਕਹਾਂ ਕਿ ਦਿਸ ਇਜ਼ ਰੋਂਗ, then it's also wrong, because ਅਗਰ ਉਹਨਾਂ ਕੋਲ ਐਵੀਡੈਂਸ ਹੈ ਫਿਰ ਉਹਨਾਂ ਦੀ ਡਿਊਟੀ ਬਣਦੀ ਹੈ, they have to। ਲੇਕਿਨ ਬਿਨਾਂ ਐਵੀਡੈਂਸ ਤੋਂ ਕੋਈ ਵੀ ਏਜੰਸੀ ਗ੍ਰਿਫਤਾਰ ਤਾਂ ਕਰਦੀ ਨਹੀਂ ਨਾਰਮਲੀ। ਨਹੀਂ ਬਥੇਰੇ ਹੁੰਦੇ ਨੇ ਜਿਹੜੇ ਬੰਦਿਆਂ ਨੂੰ ਵਿਦਆਊਟ ਐਵੀਡੈਂਸ ਫੜ ਲੈਂਦੇ ਨੇ, ਐਂਡ ਦੈਨ ਉਹ ਕੁੱਟਮਾਰ ਕਰਕੇ ਫਿਰ ਕਹਿੰਦੇ ਨੇ ਜੀ ਕੋਈ ਐਵੀਡੈਂਸ ਨਹੀਂ, ਛੱਡ ਦਿਓ ਜੀ। ਆਪਾਂ ਦੇਖਿਆ ਨਹੀਂ ਪੰਜਾਬ ਕੀ ਹੁੰਦਾ ਰਿਹਾ। ਅਗਰ ਚੰਨੀ ਸਾਹਿਬ ਕਹਿਣਗੇ ਕੱਲ ਨੂੰ ਬੀਜੇਪੀ ਜੁਆਇਨ ਕਰਨੀ ਹੈ ਤੇ ਤੁਹਾਡੀ ਕੀ ਹਾਈ ਕਮਾਂਡ ਨੂੰ ਰਾਏ ਹੋਏਗੀ? ਮੈਂ ਤਾਂ ਕਹੂੰਗਾ ਜੀ ਵਾਹਿਗੁਰੂ ਕਰੇ ਪਾਰ ਹੀ ਰੱਖੋ ਇਹਨਾਂ ਨੂੰ। ਚੰਨੀ ਦਾ ਬੈਕਗਰਾਉਂਡ ਤੁਹਾਨੂੰ ਪਤਾ ਹੈ, ਮੈਂ ਉਦੋਂ ਸੀਗਾ ਚੀਫ ਮਿਨਿਸਟਰ, ਦੁੱਲੋ ਸਾਹਿਬ ਸੇ ਮੇਰੇ PCC ਪ੍ਰੈਜ਼ੀਡੈਂਟ, ਐਂਡ ਇਹਨਾਂ ਦੀ ਉਰੇ ਦੀ ਸੀਟ ਸੀ ਚਮਕੌਰ ਸਾਹਿਬ ਦੀ ਸੀਟ। ਉੱਥੇ ਡਿਫਰੈਂਸਿਸ ਮੇਰੀ ਔਰ ਦੁੱਲੋ ਦੀ ਹੋ ਗਈ। ਜਿਹੜਾ ਬੰਦਾ ਦੁੱਲੋ ਚਾਹੁੰਦੇ ਸੀ ਆਈ ਡਿਡਨਟ ਵਾਂਟ ਇਟ, ਜਿਹੜਾ ਮੈਂ ਚਾਹੁੰਦਾ ਸੀ ਉਹ ਉਹਨਾਂ ਨੂੰ ਨਹੀਂ। ਫਿਰ ਮੈਂ ਕਿਹਾ ਪਾੜੋ ਕੋਈ ਬੰਦਾ ਜਿਹੜਾ ਉੱਥੋਂ ਲੜ ਸਕਦਾ ਹੈ। ਕਹਿੰਦੇ ਇੱਕ ਮੁੰਡਾ ਹੈ ਚੰਨੀ ਕਹਿੰਦੇ ਨੇ ਉਹਨੂੰ, ਉਹਦੀ ਕਾਫੀ ਚੰਗੀ ਉਹਦੀ ਹੈ, ਤੁਸੀਂ ਉਹਨੂੰ ਦੇਖ ਲੈਣੇ। ਇੰਡੀਪੈਂਡੈਂਟ ਖੜਾ ਸੀ ਤੇ ਮੈਂ ਉਹਨੂੰ ਬੁਲਾਇਆ, ਮੈਂ ਕਿਹਾ ਕਾਕਾ ਤੂੰ ਲੜਨਾ ਚਾਹੁੰਦਾ? ਕਹਿੰਦਾ ਹਾਂਜੀ ਮੈਂ ਤਾਂ ਆਪਣਾ ਸ਼ੁਰੂ ਕਰਤਾ। ਮੈਂ ਕਿਹਾ ਫਿਰ ਜਾ ਲੜ, ਮੈਂ ਤੇਰੀ ਸਪੋਰਟ ਕਰੂੰਗਾ। ਐਂਡ ਉਹਨੂੰ ਅਸੀਂ ਇਲੈਕਟ ਕਰਾ ਲਿਆ। ਤੁਹਾਡੀ ਥਾਪੀ ਤੋਂ ਜਿੱਤੇ? ਹਾਂ, ਇਲੈਕਟ ਕਰਾ ਲਿਆ। ਉਸ ਤੋਂ ਬਾਅਦ ਮੈਂ ਇਹਨੂੰ ਆਜ਼ਾਦ ਤੋਂ ਕਾਂਗਰਸ 'ਚ ਲਿਆਇਆ, ਐਂਡ ਫਿਰ ਇਹਨੂੰ ਲੀਡਰ ਆਫ ਦੀ ਆਪੋਜੀਸ਼ਨ ਵੀ ਬਣਾਇਆ। ਸੋ ਕਾਫੀ ਕੁਝ ਮੇਰਾ ਚੰਨੀ ਦੇ ਨਾਲ, ਜਿਹੜਾ ਮੇਰੇ ਨਾਲ ਕੀਤਾ ਹੈ ਇਟ ਇਜ਼ ਬੈਕ ਸਟੈਬਿੰਗ। ਜਿਹੜਾ ਇਹਨੇ ਜਾ ਕੇ ਸਭ ਕੁਝ ਹਾਲਾਤ ਬਣਾਏ ਨੇ, ਇਹਨੇ ਸੁੱਖੀ ਨੇ, ਇਹ ਜਿਹੇ ਬੰਦਿਆਂ ਨੇ ਹਾਲਾਤ ਬਣਾਏ ਨੇ ਦਿੱਲੀ ਦੇ ਵਿੱਚ, ਚੰਨੀ ਵਾਜ਼ ਬਿਹਾਈਂਡ ਇਟ। ਤੁਹਾਡੀ ਇੰਨੀ ਗਰੁੱਪ ਸੀ, ਇਹ ਸਾਰੀ ਮਾਝਾ ਬ੍ਰਿਗੇਡ ਤੁਹਾਡੇ ਥੱਲੇ ਲੱਗੀ ਫਿਰਦੀ ਸੀ, ਇਹਨਾਂ ਨੇ ਤੁਹਾਨੂੰ ਪਤਾ ਹੀ ਨਹੀਂ ਲੱਗਣ ਤਾਂ ਕਦੋਂ ਇਹ ਤੁਹਾਡੇ ਤੋਂ ਖਿਸਕ ਗਏ? ਨਹੀਂ ਉਹ ਵੀ ਨਹੀਂ, ਸਾਨੂੰ ਪਤਾ ਸੀ ਇਹ ਕਰ ਰਹੇ ਨੇ, ਕੀ ਕਰ ਰਹੇ ਨੇ। 2 ਵਾਰ ਤਾਂ ਉਰੇ ਕਰਤੇ, ਗੁਰਦੁਆਰੇ ਸਾਹਿਬ ਜਾ ਕੇ ਸੌਹਾਂ ਖਵਾਤੀਆਂ, ਦੀ ਸੋਰਟ ਆਫ ਥਿੰਗਸ ਇਹ ਕਰਦੇ ਰਹੇ ਇਹ ਸਾਰੀ ਬ੍ਰਿਗੇਡ। ਮੇਰਾ ਕੰਮ ਨਹੀਂ ਹੈ, ਮੈਂ ਕਦੇ ਨਹੀਂ ਕੀਤਾ ਕਿ ਜਾ ਕੇ ਮੈਂ ਤਰਲੇ ਕਰਾਂ ਕਿ ਮੈਨੂੰ ਰਹਿਣ ਦਿਓ ਜੀ ਜਾਂ ਫਲਾਣਾ ਕਰ ਲਓ ਜੀ। ਮੈਂ ਕਿਹਾ ਜੇ ਮੈਂ ਤਾਂ ਇੱਕ ਵਾਰ ਕਿਹਾ, ਮੈंने ਮੇਰਾ ਰੈਜ਼ਿਗਨੇਸ਼ਨ ਲੈ ਲਓ, ਐਂਡ ਅਗਰ ਤੁਸੀਂ ਨਹੀਂ, ਸ਼ੀ ਸੈਡ ਨੋ ਆਈ ਡੋਂਟ ਵਾਂਟ। ਫਿਰ ਜਦ ਮੈਨੂੰ ਰਿੰਗ ਕੀਤਾ ਕਿ ਮੇਰਾ ਰੈਜ਼ਿਗਨੇਸ਼ਨ, ਮੈਨੂੰ ਹਰ ਕਿਸ ਗੱਲ ਦਾ ਕਿ ਮੈਨੂੰ ਤੁਸੀਂ 50 ਸਾਲ ਤੋਂ ਜਾਣਦੇ ਹੋ, ਤਾਂ 50 ਸਾਲ ਤੁਹਾਨੂੰ ਪਤਾ ਹੈ ਕਿ ਤੁਹਾਡਾ ਖਿਆਲ ਹੈ ਮੈਂ ਹੁਣ ਜਦੋਂ ਮੈਨੂੰ ਕਹੋਗੇ ਰਿਜ਼ਾਈਨ ਕਰੋ, ਮੈਂ ਬੱਸਾਂ 'ਚ ਭਰ ਕੇ ਲੋਕਾਂ ਨੂੰ ਸ਼ਿਮਲੇ ਲੈ ਜਾਊਂਗਾ। ਜਦੋਂ ਤੁਸੀਂ ਇੱਕ ਬੰਦੇ ਦਾ ਕੈਰੈਕਟਰ ਜਾਣਦੇ ਹੋ, ਯੂ ਨੋ ਵਾਟ ਸੌਰਟ ਆਫ ਅ ਮੈਨ ਹੀ ਇਜ਼। ਔਰ ਮਿਸਿਸ ਗਾਂਧੀ ਦੀ ਲੋੜ ਸੀ ਇੰਨੀ ਕਿ ਮੈਨੂੰ ਕਹਿੰਦੀ ਅਮਰਿੰਦਰ ਆਈ ਐਮ ਸੌਰੀ, ਮੈਂ ਤੁਹਾਨੂੰ 1 ਮਹੀਨਾ ਪਹਿਲਾਂ ਇਹ ਕਿਹਾ ਸੀ ਲੇਕਿਨ ਹੁਣ ਕੁਛ ਹਾਲਾਤ ਬਦਲ ਗਏ, ਆਈ ਥਿੰਕ ਯੂ ਸ਼ੁੱਡ ਰਿਜ਼ਾਈਨ। ਆਈ ਵੁੱਡ ਹੈਵ ਸੈਡ ਮੈਮ ਆਈ ਵਿਲ ਡੂ ਜਸਟ ਨਾਓ, ਔਰ ਮੈਂ ਭੇਜ ਦਿੰਦਾ ਉਦੋਂ ਹੀ ਰੈਜ਼ਿਗਨੇਸ਼ਨ। ਇਹ ਜਿਹੜਾ ਮੇਰੇ ਪਿੱਠ ਦੇ ਮਗਰੋਂ ਇਹ ਕਰਾ ਰਿਹਾ ਸੀ ਇਹ ਤੁਹਾਡਾ ਚੌਧਰੀ ਸਾਹਿਬ, ਇਹ ਸਾਰੇ ਪਿੱਠ ਦੇ ਮਗਰੋਂ ਟੈਲੀਫੋਨ ਕਰਾ ਰਹੇ ਸੀ ਔਰ ਲੋਕਾਂ ਨੂੰ ਉੱਥੇ ਪਹੁੰਚਾਇਆ, ਆਪ ਹੈਂਡਲ ਕੀਤਾ ਉਸਨੇ ਮੀਟਿੰਗ ਵਗੈਰਾ, ਇਹ ਸਾਰਾ ਕੁਛ। ਇਹਦੀ ਲੋੜ ਕੀ ਸੀ? ਇਹ ਤਾਂ ਮੈਨੂੰ ਦੈਟ ਮੀਨਸ ਦ ਲੈਕ ਆਫ ਕੌਨਫੀਡੈਂਸ ਇਨ ਮੀ। ਜਦੋਂ ਮੇਰੇ ਤੇ ਤੁਹਾਨੂੰ ਕੌਨਫੀਡੈਂਸ ਨਾ ਹੋਵੇ ਤਾਂ ਫਿਰ ਮੇਰਾ ਉੱਥੇ ਰਹਿਣ ਦਾ ਮਤਲਬ ਨਹੀਂ। ਮਲਾਲ ਹੁੰਦਾ ਮਨ 'ਚ ਕਿ ਕਾਂਗਰਸ 'ਚ ਇੰਨੇ ਸਾਲ ਲਾਏ ਔਰ ਜਦੋਂ ਚੀਫ ਮਿਨਿਸਟਰ ਸੀਗੇ ਤਾਂ ਹੀ ਉਹਨਾਂ ਨੇ ਥੱਲੋਂ ਕੁਰਸੀ ਦੀਆਂ ਲੱਤਾਂ ਖਿੱਚ ਲੀਆਂ। ਚਲੋ ਦੈਟ ਡਜ਼ਨਟ ਮੈਟਰ, ਇਹ ਤਾਂ ਲੋਕ ਦੁਨੀਆ ਦੇ ਵਿੱਚ ਬਹੁਤ ਕੁਛ ਹੁੰਦਾ ਹੈ ਐਂਡ ਲੋਟ ਆਫ ਪੀਪਲ ਹੈਵ ਸਫਰਡ ਦਿਸ ਵੇ। ਅਗਰ ਤੁਸੀਂ ਡੈਮੋਕ੍ਰੇਸੀ ਦੀ ਹਿਸਟਰੀ ਦੇਖ ਲਓ, ਕਿੰਨੇ ਮੁਲਕਾਂ ਦੇ ਵਿੱਚ ਕੀ ਕੁਛ ਹੋਇਆ। ਵਨ ਡਜ਼ਨਟ, ਮੈਂ ਕਦੇ ਵੀ ਨਹੀਂ ਆਪਣੇ ਮਨ 'ਚ ਕੋਈ ਗੱਲ ਰੱਖੀ। ਕਦੀ ਇਹ ਮਨ ਕਰਦਾ ਤੁਹਾਡਾ ਕਿ ਜਿਨ੍ਹਾਂ ਨੇ ਤੁਹਾਡੇ ਨਾਲ ਇੱਦਾਂ ਕੀਤਾ ਐਟਲੀਸਟ ਉਹਨਾਂ ਨਾਲ ਬਦਲਾ ਲੈਣਾ ਬਣਦਾ? ਨਹੀਂ, ਆਈ ਐਮ ਨਾਟ ਦੈਟ ਟਾਈਪ। ਸਿੱਧੀ ਲੜਾਈ ਲੜਨ ਨੂੰ ਤਿਆਰ ਹੈ ਮੈਂ, ਬਦਲਾ ਨਹੀਂ ਮੈਂ ਕੋਈ ਨਹੀਂ ਦਿੰਦਾ। ਲੜਾਈ ਉਹ ਵੀ ਆਪਣੇ ਪਾਰਟੀ ਨੂੰ ਗਵਰਨਮੈਂਟ ਬਣਾਉਣ ਦੀ, ਇਹ ਨਹੀਂ ਕਿ ਤੁਸੀਂ ਬਣ ਕੇ ਕਹੋ ਜੀ ਇਹਨੂੰ ਅੰਦਰ ਕਰ ਦਿਓ, ਇਹਨੂੰ ਫਲਾਣੇ ਜੇਲ੍ਹ 'ਚ ਕਰ ਦਿਓ, ਉਹਨੂੰ ਦੇਖ ਕੇ ਜੇਲ੍ਹ 'ਚ ਕਰ ਦਿਓ। ਇਹ ਮੇਰੀ ਕਦੇ ਵੀ ਨੇਚਰ ਨਹੀਂ ਰਹੀ। ਤੁਸੀਂ ਦਾਨ ਦਿਓ, ਮੈਂ 9.5 ਸਾਲ ਚੀਫ ਮਿਨਿਸਟਰ ਰਿਹਾ, ਕਦੇ ਮੈਂ ਕਿਸੇ ਨੂੰ ਜੇਲ੍ਹ 'ਚ ਪਾਇਆ ਵਿਚ ਵਾਜ਼ ਨਾਟ ਕਾਲਡ ਫੋਰ। ਕਦੇ ਮੈਂ ਕਿਸੇ ਦੇ ਖਿਲਾਫ ਕੇਸ ਕੀਤਾ ਵਿਚ ਇਜ਼ ਨਾਟ ਕਾਲਡ ਫੋਰ। ਮੈਂ ਬੁਲਾ ਕੇ ਸੱਦ ਲੈਂਦਾ ਸੀ, ਮੈਂ ਕਹਿੰਦਾ ਸੀ ਆ ਨਾ ਕਰੋ, ਡੋਂਟ ਡੂ ਦਿਸ, ਲੈਟਸ ਲੀਵ ਦਿਸ ਆਊਟ, ਬਟ ਦੈਟ ਇਜ਼ ਆਲ। ਥੋੜਾ ਬਹੁਤਾ ਤੁਸੀਂ ਐਂ ਕਰ ਦਿਓ, ਲੇਕਿਨ ਇਹ ਕਹਿਣਾ ਕਿ ਉਹ ਮੈਨੂੰ ਪਤਾ ਸੀ ਕੀ ਕਰ ਰਹੇ ਨੇ, ਮੈਂ ਜਾ ਕੇ ਉੱਥੇ ਤਰਲੇ ਕਰਾਂ ਕਿ ਮੈਨੂੰ ਰਹਿਣ ਦਿਓ ਚੀਫ ਮਿਨਿਸਟਰ, ਆਈ ਵੁੱਡ ਨੈਵਰ ਡੂ ਇਟ। ਮੈਂ ਕਦੇ ਵੀ ਨਾ ਕਰਾਂ।
ਮੈਂ ਤਾਂ ਕਹਿ ਦੇਣਾ ਸੀ ਕਿ ਤੁਸੀਂ ਅੱਜ ਹੀ ਲੈ ਲਓ। ਮੈਂ ਲੈ ਕੇ ਗਿਆ ਸੀ ਆਪਣਾ ਰੈਜ਼ਿਗਨੇਸ਼ਨ, ਨਹੀਂ ਲਿੱਤਾ। ਅਗਰ ਤੁਸੀਂ ਮੰਨ ਲਓ ਬੀਜੇਪੀ ਨੂੰ 2027 ਚ ਪੰਜਾਬ 'ਚ ਅਸੈਂਬਲੀ 'ਚ ਲੈ ਆਉਂਦੇ ਹੋ ਮੈਜੋਰਟੀ ਦੇ ਨਾਲ, ਤੇ ਤੁਸੀਂ ਸਮਝ ਲਓਗੇ ਕਿ ਤੁਸੀਂ ਜਿਸ ਚੀਜ਼ ਲਈ ਬੀਜੇਪੀ ਜੁਆਇਨ ਕੀਤੀ ਸੀ ਉਹ ਮਕਸਦ ਪੂਰਾ ਹੋ ਗਿਆ। ਨਹੀਂ, ਮੈਂ ਨਹੀਂ ਲਿਆਊਂਗਾ। ਬੀਜੇਪੀ ਐਜ਼ ਅ ਪਾਰਟੀ ਨਹੀਂ ਆਏਗੀ। ਮੈਨੂੰ ਹਾਲੇ ਮੇਰਾ ਨਹੀਂ ਪਤਾ ਕਿ ਵਾਟ ਬੀਜੇਪੀ ਲੀਡਰਸ਼ਿਪ ਕੀ ਚਾਹੁੰਦੀ ਹੈ ਕਿ ਮੈਂ ਕੀ ਕਰਾਂ, ਬਟ ਆਈ ਵਿਲ ਸਰਟਨਲੀ ਮੈਂ ਅਗਰ ਬੀਜੇਪੀ ਨੂੰ ਗਵਰਨਮੈਂਟ ਉਰੇ ਬਣਵਾ ਸਕਾਂ, ਮੈਂ ਬਹੁਤ ਖੁਸ਼ ਹੋਊਂਗਾ ਕਿ ਬਣਾ ਕੇ, ਬਿਕਾਜ਼ ਆਈ ਥਿੰਕ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਇਹ ਸਾਨੂੰ ਲੋੜ ਹੈ ਇਸ ਵੇਲੇ। BJP is a development oriented party. Congress is not a development oriented party. ਤੁਸੀਂ ਦੇਖ ਲਿਆ ਤੁਸੀਂ ਉਰੇ ਐਜ਼ ਚੀਫ ਮਿਨਿਸਟਰ what money did I have? ਜਿੰਨੀ ਥੋੜੇ ਬਹੁਤੇ ਪੈਸੇ ਸੀ ਅਸੀਂ ਜਿੱਥੇ ਮਰਜੀ ਥੋੜੇ ਬਹੁਤੇ ਇੱਥੇ ਲਾਤੇ, ਥੋੜੇ ਬਹੁਤੇ ਇੱਥੇ ਲੈ ਕੇ, that's not a solution. ਮੈਂ ਤਾਂ ਅੱਜ ਹੁਣ ਇਹਨਾਂ ਦੀ BJP ਦੀ ਇਹਨਾਂ ਦੀ ਦੇਖੋ, ਮੈਨੂੰ ਮਿਸ NK ਸਿੰਘ ਨੇ when he was up finance committee ਦੇ ਉਹਨਾਂ ਦੇ ਚੇਅਰਮੈਨ ਸੀ, ਉਹਨਾਂ ਨੇ ਮੈਨੂੰ 6000 ਕਰੋੜ ਦਿੱਤਾ ਪੰਜਾਬ ਲਾਸਟ ਈਅਰ। ਉਹਦੀ ਲਾਸਟ ਟ੍ਰਾਂਚ ਇਸ ਸਪਟੈਂਬਰ ਦੇ ਵਿੱਚ ਖਤਮ ਹੋ ਜਾਣੀ ਹੈ। ਉਸ ਤੋਂ ਬਾਅਦ ਪੰਜਾਬ ਹੈਜ਼ ਨੋ ਮਨੀ। ਇਹ ਕਿੱਥੋਂ ਚਲਾਉਣਗੇ ਇੱਥੇ? ਅਸੀਂ ਦੇਵਾਂਗੇ 1000 ਰੁਪਏ ਜੀ ਹਰ ਬੀਬੀ ਨੂੰ, ਕਿੱਥੋਂ ਦਿਓਗੇ ਤੁਸੀਂ? ਇਹ ਸਭ ਇਲੈਕਸ਼ਨ ਦੇ ਸਟੰਟਸ ਨੇ ਔਰ ਇਲੈਕਸ਼ਨ ਦੀ ਗੱਲਾਂ। ਜਦ ਵੈਨ ਯੂ ਕਮ ਟੂ ਰਿਐਲਿਟੀ, ਕਿੱਥੋਂ ਤੁਸੀਂ ਬਿਜਲੀ ਦਿਓਗੇ ਫ੍ਰੀ? ਹਾਊ ਕੈਨ ਯੂ ਡੂ ਇਟ? ਪਰ ਤੁਸੀਂ ਸੈਂਟਰ ਤੋਂ ਪੈਸੇ ਦਵਾਉਂਦੇ ਰਹੇ ਹੋ ਜੀ, ਨਹੀਂ ਤਾਂ ਫਿਰ ਨੁਕਸਾਨ ਤੇ ਪੰਜਾਬ ਦਾ ਹੋਊਗਾ। ਨੁਕਸਾਨ ਦਾ ਹੋਊਗਾ ਬਿਕੋਜ਼ ਸੈਂਟਰ ਐ ਨਹੀਂ ਪੈਸੇ ਦੇ ਸਕਦੀ ਤੁਹਾਨੂੰ। ਸੈਂਟਰ ਗਿਵਸ ਇਟ ਅਕੋਰਡਿੰਗ ਟੂ ਜੋ ਬਜਟ ਹੈ ਸੈਂਟਰ ਦਾ। ਬਜਟ ਇਜ਼ ਫॉर ਐਗਰੀਕਲਚਰ, ਬਜਟ ਇਜ਼ ਫॉर ਬਿਜਲੀ, ਬਜਟ ਇਜ਼ ਫॉर ਸੋ ਮਚ, ਕਿੰਨਾ ਹਿੱਸਾ ਪੰਜਾਬ ਦਾ ਬਣਦਾ, ਉਹਦੇ ਨਾਲ ਕੰਮ ਨਹੀਂ ਚੱਲਦਾ। ਉਹ ਤਾਂ ਤੁਹਾਡੇ ਆਪਣੇ ਸਰਕਾਰ ਨੂੰ ਡਿਪਾਰਟਮੈਂਟਸ ਨੂੰ ਚਲਾਉਣ ਵਾਸਤੇ ਲੱਗ ਜਾਣਾ ਹੈ। Where do you get the money to actually do development? There is no money. और borrowings ਇੰਨੀਆਂ ਹੋ ਗਈਆਂ ਸਾਡੀਆਂ ਪੰਜਾਬ ਦੀ, we can't borrow anymore. ਕਿੰਨਾ borrow ਕਰੋਗੇ ਤੁਸੀਂ? ਇਹਦਾ ਆਇਆ ਤੁਹਾਡਾ ਫਾਈਨੈਂਸ ਕਮਿਸ਼ਨ ਦਾ, ਉਹ ਇਸ ਸਪਟੈਂਬਰ 'ਚ ਮੁੱਕ ਜਾਣਾ ਹੈ। ਅਗਲੇ ਮਹੀਨੇ ਤਨਖਾਹ ਦੇਣ ਨੂੰ ਪੈਸੇ ਨਹੀਂ ਹੋਣੇ ਪੰਜਾਬ 'ਚ। Let us get it clear. ਅੱਜ ਮੈਂ ਕਹਿ ਰਿਹਾ ਤੁਹਾਨੂੰ, ਅਕਤੂਬਰ ਨਵੰਬਰ ਦੇਖੋ ਕੈਸੇ ਤਨਖਾਹ ਦੇਵਾਂਗੇ। ਬਹੁਤ ਬਹੁਤ ਸ਼ੁਕਰੀਆ ਕੈਪਟਨ ਸਾਹਿਬ, ਸਾਰੀਆਂ ਗੱਲਾਂ ਤੁਸੀਂ ਬੜੀ ਤਫਸੀਲ ਨਾਲ ਜਵਾਬ ਦਿੱਤਾ। ਕੈਪਟਨ ਸਾਹਿਬ ਨਾਲ ਸਾਡੀ ਗੱਲ ਤਾਂ ਮੁੱਕ ਗਈ ਹੈ, ਲੇਕਿਨ ਕੈਪਟਨ ਸਾਹਿਬ ਦੇ ਦਿਲ 'ਚ ਬੜੀਆਂ ਗੱਲਾਂ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਨਾਂ ਗੱਲਾਂ ਨੂੰ ਮੁੱਕਣ ਨੂੰ ਬਹੁਤ ਟਾਈਮ ਲੱਗੇਗਾ। ਤੁਸੀਂ ਇਸ ਪੂਰੇ ਇੰਟਰਵਿਊ ਤੇ ਆਪਣਾ ਫੀਡਬੈਕ ਮੈਨੂੰ ਟਵਿੱਟਰ ਹੈਂਡਲ ਤੇ ਜ਼ਰੂਰ ਦੇਣਾ।